ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੋ ਹਿੱਸੇ ਦੇਖੇ। ਪਹਿਲਾ ਦੇਖਿਆ ਲੂਕਾ ਦੇ ਵਿੱਚੋਂ, ਦੂਸਰਾ ਦੇਖਿਆ ਯਹੋਨਾ ਦੇ ਵਿੱਚੋਂ। ਲੂਕਾ ਦਾ ਅਸੀਂ 19ਵਾਂ ਭਾਗ ਦੇਖਿਆ, ਉਸ ਦੇ ਵਿੱਚ ਅਸੀਂ ਜਕਈ ਨੂੰ ਦੇਖਿਆ। ਜਕਈ ਇੱਕ ਐਸਾ ਇਨਸਾਨ ਹੈ ਜਿਹੜਾ ਚੁੰਗੀ ਲੈਣ ਵਾਲਾ ਹੈ। ਸੋ ਬੇਸਿਕਲੀ ਉਸ ਦੇ ਉੱਤੇ ਵੀ ਲੋਕਾਂ ਦਾ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਨਫ਼ਰਤ ਆ ਉਹਦੇ ਲਈ। ਕਿਉਂਕਿ ਉਹ ਰੋਮਨਸ ਦੇ ਲਈ ਟੈਕਸ ਇਕੱਠਾ ਕਰਕੇ ਉਹ ਦਿੰਦਾ ਆ। ਦੂਸਰਾ ਅਸੀਂ ਇੱਕ ਰਸਤੇ ਦੇ ਵਿੱਚ ਬੈਠਾ ਅੰਨਾ ਦੇਖਿਆ, ਔਰ ਪ੍ਰਭੂ ਉਸ ਦੇ ਉੱਤੇ ਉਹ ਆ ਕੇ ਪ੍ਰਭੂ ਨੂੰ ਕਹਿੰਦਾ ਕਿ ਪ੍ਰਭੂ ਮੈਂ ਦੇਖਣਾ ਚਾਹੁੰਦਾ। ਪ੍ਰਭੂ ਯਿਸੂ ਨੇ ਉਸਨੂੰ ਅੱਖਾਂ ਦਿੱਤੀਆਂ। ਉਸ ਤੋਂ ਬਾਅਦ ਅਸੀਂ ਯਹੋਨਾ ਦੇ ਵਿੱਚ ਆ ਗਏ, ਔਰ ਉਸ ਦਾ 12ਵਾਂ ਭਾਗ ਅਸੀਂ ਦੇਖਿਆ। 12ਵੇਂ ਭਾਗ ਦੇ ਵਿੱਚ ਇੱਕ ਔਰਤ ਜੋ ਪਾਪ ਕਰਦੀ ਫੜੀ ਗਈ, ਉਸ ਨੂੰ ਘਸੀਟ ਕੇ ਯਿਸੂ ਦੇ ਕੋਲ ਲਿਆਂਦਾ ਗਿਆ, ਔਰ ਕਿਹਾ ਗਿਆ ਕਿ ਇਹ ਪਾਪ ਕਰਦੀ ਫੜੀ ਗਈ ਹੈ। ਧਰਮ ਇਹ ਕਹਿੰਦਾ ਕਿ ਏਦਾਂ ਦੀਆਂ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਜਾਏ, ਪਰ ਤੂੰ ਕੀ ਕਹਿੰਦਾ? ਸੋ ਆਓ ਅਸੀਂ 34ਵੇਂ ਭਾਗ ਦੇ ਵਿੱਚ ਮੁੜ ਕੇ ਚੱਲੀਏ। ਆਪਣਾ ਕੁਛ ਦੇ ਵਿੱਚ ਅਸੀਂ ਇਸ ਵੇਲੇ ਹਾਂ। ਕੁਛ ਦੇ ਵਿੱਚ ਪ੍ਰਭੂ ਨੇ ਆਪਣੀ ਮਹਿਮਾ ਦੇ ਦਰਸ਼ਨ ਮੂਸਾ ਨੂੰ ਕਰਾਏ। ਮੂਸਾ ਨੇ ਪ੍ਰਭੂ ਨੂੰ ਉਸਦੀ ਭਰਪੂਰੀ ਦੇ ਵਿੱਚ ਦੇਖਿਆ, ਪਰ ਜਿਹੜੀ ਚੀਜ਼ ਪ੍ਰਭੂ ਨੇ ਕਹੀ ਆ ਉਹ ਉਹਦੇ ਕੰਨਾਂ ਵਾਸਤੇ ਔਰ ਉਹਦੀਆਂ ਅੰਤ ਕਰਨ ਦੀਆਂ ਅੱਖਾਂ ਵਾਸਤੇ। ਪ੍ਰਭੂ ਨੇ ਕਿਹਾ, ਮੈਂ ਤੇਰੇ ਮੋਹਰੇ ਦੀ ਲੰਘਾਂਗਾ ਔਰ ਆਪਣੀ ਸਾਰੀ ਮਹਿਮਾ ਤੈਨੂੰ ਦਿਖਾਵਾਂਗਾ। ਜਦੋਂ ਮੈਂ ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਆਪਣੀ ਪੂਰੀ ਮਹਿਮਾ ਨਾਲ ਤੇਰੇ ਅੱਗੋਂ ਦੀ ਲੰਘਾਂਗਾ ਅਤੇ ਆਪਣਾ ਪਵਿੱਤਰ ਨਾਂ ਪ੍ਰਗਟ ਕਰਾਂਗਾ। ਕਿਉਂ? ਪ੍ਰਭੂ ਨੇ ਕਿਹਾ, ਮੈਂ ਕਿਰਪਾਲੂ ਅਤੇ ਆਪਣੇ ਚੁਣਿਆ ਹੋਇਆਂ ਤੇ ਦਇਆ ਕਰਦਾ। ਮੈਂ ਦਿਆਲੂ ਔਰ ਕਿਰਪਾਲੂ ਔਰ ਆਪਣੇ ਚੁਣਿਆ ਹੋਇਆਂ ਤੇ ਦਇਆ ਕਰਦਾ। ਸੋ ਇਹ ਇੱਕ ਦਇਆ ਆ ਪ੍ਰਭੂ ਦੀ। ਅਸੀਂ ਉਸ ਨੂੰ ਜਾਣਦੇ ਹਾਂ। ਯਿਸੂ ਨਾਮ ਸਾਡੀ ਜ਼ਿੰਦਗੀ ਦੇ ਵਿੱਚ ਆਇਆ, ਇਹ ਉਸਦੀ ਇੱਕ ਬਹੁਤ ਵੱਡੀ ਦਇਆ ਆ, ਔਰ ਉਸਨੇ ਸਾਨੂੰ ਬਚਾਇਆ, ਇਹ ਉਸਦੀ ਬਹੁਤ ਵੱਡੀ ਕਿਰਪਾ ਆ। ਸੋ ਅੱਜ ਅਸੀਂ ਜਿਹੜੀ ਚੀਜ਼ ਦੇਖਣ ਜਾ ਰਹੇ ਹਾਂ, ਅਸੀਂ ਉਸ ਦਾ ਪ੍ਰਭੂ ਦੇ ਨਾਮ ਦਾ ਦੂਜਾ ਹਿੱਸਾ ਜਿਹੜਾ ਉਸਨੇ ਮੂਸਾ ਦੇ ਉੱਤੇ ਪ੍ਰਗਟ ਕੀਤਾ, ਉਸ ਨੂੰ ਦੇਖਣ ਜਾ ਰਹੇ ਹਾਂ। ਬਹੁਤ ਸਾਰੀਆਂ ਪੁਰਾਣੇ ਨਿਯਮ ਦੇ ਵਿੱਚ ਵੀ ਬਹੁਤ ਸਾਰੀਆਂ ਇਹਦੀਆਂ ਉਦਾਹਰਨਾਂ, ਲੇਕਿਨ ਅਸੀਂ ਕੋਸ਼ਿਸ਼ ਇਹ ਕਰ ਰਹੇ ਕਿ ਅਸੀਂ ਉਸ ਨੂੰ ਨਵੇਂ ਨਿਯਮ ਦੇ ਵਿੱਚ ਦੇਖੀਏ, ਪ੍ਰਭੂ ਯਿਸੂ ਮਸੀਹ ਦੇ ਵਿੱਚ ਦੇਖੀਏ ਕਿ ਜਦੋਂ ਦੇਹ ਧਾਰ ਕੇ ਪ੍ਰਭੂ ਇਸ ਧਰਤੀ ਦੇ ਉੱਤੇ ਆਇਆ ਤੇ ਕੀ ਇਹ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਸੀ ਜੋ ਪ੍ਰਭੂ ਇੱਥੇ ਮੂਸਾ ਨੂੰ ਕਹਿ ਗਿਆ। ਸੋ ਆਓ 34ਵਾਂ ਭਾਗ ਉਸ ਦੀ ਕੋਈ ਜਾਣਾ 1 ਆਇਤ ਤੋਂ ਲੈ ਕੇ 9 ਆਇਤ ਤੱਕ ਜਿਸ ਨੂੰ ਮੈਂ ਪੜ੍ਹ ਦਿੰਦਾ ਪਾਸਟਰ ਜੀ। ਇਹ ਹੈਗਾ ਪੇਜ 128। ਪੱਟੀਆਂ ਦਾ ਫੇਰ ਲਿਖਿਆ ਜਾਣਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਹੁਣ ਫੇਰ ਪਹਿਲੇ ਵਰਗੀਆਂ ਪੱਥਰ ਦੀਆਂ 2 ਪੱਟੀਆਂ ਕੱਟ ਕੇ ਤਿਆਰ ਕਰ ਜੋ ਤੂੰ ਤੋੜ ਦਿੱਤੀਆਂ ਹਨ। ਮੈਂ ਉਹਨਾਂ ਉੱਤੇ ਪਹਿਲੇ ਵਾਲੀਆਂ ਗੱਲਾਂ ਫੇਰ ਲਿਖਾਂਗਾ। ਤੂੰ ਕੱਲ ਅੰਮ੍ਰਿਤ ਵੇਲੇ ਤਿਆਰ ਹੋ ਕੇ ਮੇਰੇ ਕੋਲ ਸੀਨੇ ਪਹਾੜ ਦੀ ਚੋਟੀ ਤੇ ਫੇਰ ਆ ਜਾ। ਧਿਆਨ ਰੱਖਣਾ ਕਿ ਤੇਰੇ ਨਾਲ ਕੋਈ ਦੂਜਾ ਮਨੁੱਖ ਪਹਾੜ ਤੇ ਨਾ ਆਵੇ ਅਤੇ ਨਾ ਹੀ ਕੋਈ ਇਸ ਤੇ ਲਾਗੇ ਦਿਖਾਈ ਦੇਵੇ, ਇੱਥੋਂ ਤੱਕ ਕਿ ਕੋਈ ਪਸ਼ੂ ਪਹਾੜ ਦੇ ਹੇਠਾਂ ਤੱਕ ਚੁਗੇ ਨਾ। ਸੋ ਮੂਸਾ ਨੇ ਪਹਿਲੇ ਵਰਗੀਆਂ ਹੀ ਪੱਥਰ ਦੀਆਂ 2 ਪੱਟੀਆਂ ਕੱਟ ਕੇ ਬਣਾਇਆ ਅਤੇ ਪ੍ਰਭੂ ਦੀ ਆਗਿਆ ਅਨੁਸਾਰ ਉਹਨਾਂ ਨੂੰ ਲੈ ਕੇ ਪਹਾੜ ਤੇ ਚੜ੍ਹ ਗਿਆ। ਤਦ ਪ੍ਰਭੂ ਬੱਦਲ ਦੇ ਵਿੱਚ ਆ ਕੇ ਮੂਸਾ ਕੋਲ ਖਲੋ ਗਿਆ ਅਤੇ ਉਸਨੇ ਆਪਣਾ ਨਾਂ ਪ੍ਰਭੂ ਕਰਕੇ ਲਿਆ। ਫਿਰ ਪ੍ਰਭੂ ਉਸ ਦੇ ਅੱਗਿਓਂ ਦੀ ਇਹ ਕਹਿੰਦੇ ਹੋਏ ਲੰਘਿਆ, ਮੈਂ ਪ੍ਰਭੂ ਹਾਂ ਜੋ ਦਿਆਲੂ, ਕਿਰਪਾਲੂ, ਗੁੱਸਾ ਕਰਨ ਵਿੱਚ ਮੱਠਾ ਅਤੇ ਧੀਰਜ ਰੱਖਣ ਵਾਲਾ, ਪਿਆਰ ਅਤੇ ਸੱਚਾਈ ਨਾਲ ਅਤ ਭਰਪੂਰ ਪ੍ਰਭੂ ਪਰਮੇਸ਼ਵਰ, ਜੋ ਹਜ਼ਾਰਾਂ ਤੇ ਦਇਆ ਕਰਦਾ ਅਤੇ ਉਹਨਾਂ ਦੇ ਅਪਰਾਧ ਤੇ ਪਾਪ ਮਾਫ ਕਰਨ ਵਾਲਾ, ਪਰ ਮਾਪਿਆਂ ਤੇ ਪਰਦਾਦਿਆਂ ਦੇ ਪਾਪਾਂ ਦਾ ਬੱਚਿਆਂ ਕੋਲੋਂ ਬਦਲਾ ਲੈਣ ਵਾਲਾ ਹੈ। ਸੋ ਮੂਸਾ ਨੇ ਤੁਰੰਤ ਧਰਤੀ ਤੇ ਮੂੰਹ ਭਾਰ ਹੋ ਕੇ
ਪ੍ਰਭੂ ਨੂੰ ਮੱਥਾ ਟੇਕਿਆ ਅਤੇ ਕਿਹਾ, ਪ੍ਰਭੂ ਜੇਕਰ ਸੱਚਮੁੱਚ ਮੇਰੇ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੈ ਤਾਂ ਤੂੰ ਸਾਡੇ ਸੰਗ ਚੱਲ। ਇਹ ਮੇਰੀ ਤੇਰੇ ਅੱਗੇ ਬੇਨਤੀ ਹੈ। ਬੇਸ਼ੱਕ ਅਸੀਂ ਹਠੀ ਲੋਕ ਹਾਂ, ਪਰ ਤੂੰ ਸਾਡੇ ਅਪਰਾਧ ਮਾਫ ਕਰ ਅਤੇ ਸਾਨੂੰ ਆਪਣਾ ਵਿਰਸਾ ਬਣਾ ਲੈ। ਆਮੀਨ। ਸਾਨੂੰ ਆਪਣਾ ਵਿਰਸਾ ਬਣਾ ਲੈ। ਸੋ ਜਿਸ ਵੇਲੇ ਅਸੀਂ ਜਿਹੜੀ ਆਖਰੀ ਆਇਤ ਜਿਸ ਲਈ ਉਸਨੇ ਕਿਹਾ, ਪਰ ਮਾਪਿਆਂ ਪੜਦਾਦਿਆਂ ਦਾ ਪਾਪਾਂ ਦਾ ਬਦਲਾ ਬੱਚਿਆਂ ਤੋਂ ਲੈਣ ਵਾਲਾ, ਉਹ ਅਸੀਂ ਉਸ ਲਈ ਦੇਖਾਂਗੇ ਜਿਸ ਲਈ ਅਸੀਂ ਹਿੱਤੀਆਂ, ਫਰਿੱਜੀਆਂ, ਸਦੂਕੀਆਂ ਦੀ ਜਿਹੜੀਆਂ ਉਹਨਾਂ ਦੀ ਜਿਹੜੀ ਧਰਤੀ, ਅਮੋਰੀਆਂ ਦੀ, ਕਨਾਨੀਆਂ ਦੀ, ਫਰਿੱਜੀਆਂ ਦੀ, ਹਿੱਬੀਆਂ ਦੀ, ਯਬੂਸੀਆਂ ਦੀ ਜਿਹੜੀ ਧਰਤੀ ਪ੍ਰਭੂ ਨੇ ਦੇਣੀ ਆ, ਉਹ ਉੱਥੇ ਜਾ ਕੇ ਦੇਖਾਂਗੇ, ਕਿਉਂਕਿ ਪ੍ਰਭੂ ਦੀ ਸਹਿਨ ਸ਼ਕਤੀ ਨੂੰ ਦੇਖਾਂਗੇ। ਸਹਿਨ ਸ਼ਕਤੀ ਨੂੰ ਦੇਖਾਂਗੇ। ਇਹ ਨਹੀਂ ਕਿ ਮੈਂ ਪਾਪ ਕੀਤਾ ਤੇ ਉਸਨੇ ਨਾਲ ਹੀ ਮੇਰੇ ਬੱਚਿਆਂ ਦੇ ਉੱਤੇ ਉਹਨਾਂ ਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ। ਪ੍ਰਭੂ ਇਸ ਤਰ੍ਹਾਂ ਨਹੀਂ ਕਰਦਾ। ਹੀ ਇਜ਼ ਅ ਲੌਂਗ ਸਫਰਿੰਗ। ਪ੍ਰਭੂ ਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ, ਲੌਂਗ ਸਫਰਿੰਗ, ਕਿ ਉਸਦੀ ਸਹਿਨ ਸ਼ਕਤੀ ਜਿਹੜੀ ਆ ਬਹੁਤ ਜ਼ਿਆਦਾ ਔਰ ਉਸਦੀ ਸਹਿਨ ਸ਼ਕਤੀ ਨੂੰ ਇਹਨਾਂ ਲੋਕਾਂ ਨੇ ਔਰ ਇਹਨਾਂ ਦੇ ਪੁਰਖੇ ਕਨਾਨ ਨੇ ਅੰਤਾਂ ਤੱਕ ਅਜਮਾਇਆ। ਔਰ ਅੰਤ ਉਸਨੇ ਕਿਹਾ ਸੀ ਕਿ ਜਿਸ ਵੇਲੇ ਉਹਨਾਂ ਦੇ ਪਾਪ ਦਾ ਘੜਾ ਭਰ ਜਾਏਗਾ, ਉਸ ਵੇਲੇ ਮੈਂ ਉਹਨਾਂ ਨੂੰ ਉੱਥੋਂ ਸੋ ਅਸੀਂ ਪ੍ਰਭੂ ਦਾ ਦਿਆਲੂ, ਕਿਰਪਾਲੂ, ਗੁੱਸਾ ਕਰਨ ਵਿੱਚ ਮੱਠਾ, ਇਹਨਾਂ ਚੀਜ਼ਾਂ ਨੂੰ ਅਸੀਂ ਹੁਣ ਦੇਖਣ ਲੱਗੇ। ਕੱਲ ਅਸੀਂ ਆਪਣਾ ਜਿਹੜਾ ਸਾਰਾ ਸਮਾਂ ਲਾਇਆ ਸੀ ਜਿਹੜਾ ਸਾਰਾ ਸਮਾਂ ਲਾਇਆ ਸੀ, ਉਹ ਪਹਿਲੇ ਸ਼ਬਦ ਤੇ ਲਾਇਆ ਸੀ, ਸਾਡਾ ਪ੍ਰਭੂ ਦਿਆਲੂ, ਸਾਡਾ ਪ੍ਰਭੂ ਦਿਆਲੂ। ਔਰ ਅਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਉਸ ਖੂਹ ਦੇ ਉੱਤੇ ਜਿਹੜੀ ਔਰਤ ਪਾਣੀ ਭਰਨ ਆਈ ਆ, ਉਹ ਅਸਲ ਦੇ ਵਿੱਚ ਜਿਹੜੇ ਬਾਕੀ ਦੇ 10 ਕਬੀਲੇ ਜਿਹੜੇ ਵੱਖਰੇ ਹੋ ਗਏ ਸੀ, ਉਹਨਾਂ 10 ਕਬੀਲਿਆਂ ਦੇ ਵਿੱਚੋਂ ਉਹ ਔਰਤ ਸੀ। ਔਰ ਉਹਨਾਂ ਨੂੰ ਜਿਹੜੇ ਯਹੂਦੀ ਸੀਗੇ ਤੇ ਜਿਹੜੇ ਲੇਵੀਆਂ ਦੇ ਲੋਕ ਸੀ, ਔਰ ਜਿਹੜੇ ਪਲੱਸ ਜਿਹੜੇ ਥੋੜੇ ਜਿਹੇ ਉਹਨਾਂ ਦੇ ਵਿੱਚ ਹੋਰ ਗਰੁੱਪਸ ਜਿਹੜੇ ਸੀਗੇ, ਉਹਨਾਂ ਨੇ ਉਹਨਾਂ ਲੋਕਾਂ ਨੂੰ ਬਾਹਰ ਕੱਢ ਦਿੱਤਾ ਸੀ ਔਰ ਕਹਿ ਦਿੱਤਾ ਸੀਗਾ ਕਿ ਇਹ ਸਾਮਰੀ, ਉਹਨਾਂ ਨੂੰ ਸਾਮਰੀ ਕਹਿਣੇ ਸ਼ੁਰੂ ਕਰ ਦਿੱਤਾ ਸੀ। ਔਰ ਉਹਨਾਂ ਦੇ ਨਾਲ ਸਾਰੇ ਤਾਲਮੇਲ ਤੋੜ ਦਿੱਤੇ। ਔਰ ਇਹ ਵੀ ਹੋਇਆ ਕਿ ਉਹਨਾਂ ਦੀ ਆਪਸ ਦੇ ਵਿੱਚ ਲੜਾਈਆਂ ਵੀ ਹੋਈਆਂ, ਲੇਕਿਨ ਇੱਕ ਸਮੇਂ ਤੋਂ ਬਾਅਦ ਉਹ ਲੜਾਈਆਂ ਤਾਂ ਉਹਨਾਂ ਦੀਆਂ ਹਟ ਗਈਆਂ, ਪਰ ਇਹਨਾਂ ਦੇ ਅੰਦਰ ਉਹ ਨਫ਼ਰਤ ਨਹੀਂ ਗਈ। ਸੋ ਪ੍ਰਭੂ ਨੇ ਉਸ ਨਫ਼ਰਤ ਦੇ ਜਾਲ ਨੂੰ ਤੋੜਿਆ। ਔਰ ਇੱਕ ਐਸੀ ਔਰਤ ਜਿਹੜੀ ਵਿਚਾਰੀ ਦਿਨ ਦੇ ਦੁਪਹਿਰੇ ਪਾਣੀ ਭਰਨ ਆਈ ਹੋਆ, ਪ੍ਰਭੂ ਨੇ ਉਹਦੇ ਤੇ ਮਹਾਨ ਤਰਸ ਦਿਖਾਇਆ। ਔਰ ਉਹ ਪ੍ਰਭੂ ਦੇ ਨਾਲ ਉੱਥੇ ਇਸ ਵੇਲੇ ਜਿਸਲੇ ਗੱਲਾਂ ਕਰਦੀ ਪਈ ਸੀ, ਤਾਂ ਉਸਨੇ ਕਈ ਚੀਜ਼ਾਂ ਕਹੀਆਂ ਜਿਹੜੀਆਂ ਕਿ ਉਸਨੂੰ ਕਹਿਣਾ ਨਹੀਂ ਸੀ ਚਾਹੀਦੀਆਂ, ਬਿਕੋਜ਼ ਬੇਸ਼ੱਕ ਕੋਈ ਯਹੂਦੀ ਸੀ ਪਰ ਅਤਿਥੀ ਸੀ ਉੱਥੇ। ਉਹ ਉੱਥੇ ਉਸਨੇ ਪਾਣੀ ਮੰਗਿਆ ਤੇ ਉਸਨੇ ਕਿਹਾ ਕਿ ਤੁਹਾਡਾ ਸਾਡਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ, ਮੈਂ ਤੈਨੂੰ ਪਾਣੀ ਕਿਉਂ ਦੇਵਾਂ। ਤੇ ਯਿਸੂ ਨੇ ਕਿਹਾ ਕਿ ਜੇ ਤੂੰ ਜਾਣਦੀ ਕਿ ਤੂੰ ਕਿਹਦੇ ਨਾਲ ਗੱਲ ਕਰਦੀ ਪਈ ਆ, ਤੂੰ ਮੈਥੋਂ ਮੰਗਦੀ, ਤੂੰ ਮੁੜ ਕੇ ਕਦੀ ਤਿਹਾਈ ਨਾ ਹੁੰਦੀ ਤੇ ਪਾਣੀ ਜੀਵਨ ਦੇ ਚਸ਼ਮੇ ਤੇਰੇ ਅੰਦਰੋਂ ਫੁੱਟਦੇ। ਸੋ ਕਹਿੰਦੀ ਮੈਨੂੰ ਉਹ ਪਾਣੀ ਦੇ ਦਿਓ ਤਾਂ ਕਿ ਮੈਂ ਮੁੜ ਕੇ ਤਿਹਾਈ ਨਾ ਹੋਵਾਂ ਤੇ ਮੁੜ ਕੇ ਮੈਨੂੰ ਪਾਣੀ ਭਰਨ ਦੇ ਲਈ ਨਾ ਆਉਣਾ। ਔਰ ਫਿਰ ਯਿਸੂ ਨੇ ਕਿਹਾ ਠੀਕ ਆ, ਜਾ ਕੇ ਆਪਣੇ ਪਤੀ ਨੂੰ ਬੁਲਾ ਕੇ ਲਿਆ। ਕਹਿੰਦੀ ਵੀ ਮੇਰਾ ਪਤੀ ਹੈ ਨਹੀਂ। ਉਸਨੇ ਕਿਹਾ ਤੂੰ ਸੱਚ ਕਹਿੰਦੀ, ਜਿਹੜੇ 5 ਪਹਿਲਾਂ ਵੀ ਸੀ ਉਹ ਵੀ ਤੈਨੂੰ ਛੱਡ ਕੇ ਚਲੇ ਗਏ ਤੇ ਇਹ ਵੀ ਤੇਰਾ। ਹੁਣ ਜ਼ਖਮ ਦੇ ਉੱਤੋਂ ਖਿੰਡ ਚੱਕ ਹੋਇਆ। ਉਸਨੇ ਫਟਾਫਟ ਉਹ ਜ਼ਖਮ ਨੂੰ ਢੱਕਣ ਦੀ ਕੋਸ਼ਿਸ਼ ਕੀਤੀ, ਕਹਿੰਦੀ ਤੁਸੀਂ ਤਾਂ ਨਵੀਂ ਹੋ। ਹੁਣ ਉਸਨੇ ਹੋਰ ਗੱਲ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਉੱਥੇ। ਔਰ ਉਸਨੇ ਯਿਸੂ ਨੂੰ ਕਿਹਾ ਕਿ ਇਹ ਕਿਹਾ ਗਿਆ ਕਿ ਮਸੀਹਾ ਆਏਗਾ ਤੇ ਉਹ ਸਾਨੂੰ ਸਾਰੀਆਂ ਚੀਜ਼ਾਂ ਦੱਸੇਗਾ, ਪਰ ਸਾਨੂੰ ਦੱਸਿਆ ਗਿਆ ਕਿ ਅਸੀਂ ਇਸ ਪਹਾੜ ਤੇ ਪੂਜਾ ਕਰੀਏ। ਜਿਹੜੇ ਯਹੂਦੀ ਆ ਉਹ ਉਸ ਪਹਾੜ ਤੇ ਪੂਜਾ ਕਰਦੇ ਆ। ਤੇ ਯਿਸੂ ਨੇ ਉੱਥੇ ਇੱਕ ਚੀਜ਼ ਕਹੀ,
ਮੁਕਤੀ ਸਾਡੇ ਯਹੂਦੀਆਂ ਤੋਂ, ਕਿਉਂਕਿ ਤੁਸੀਂ ਜਿਸ ਨੂੰ ਮੰਨਦੇ ਪਏ ਆ ਤੁਸੀਂ ਉਸ ਨੂੰ ਜਾਣਦੇ ਵੀ ਨਹੀਂ। ਉਹ ਬੁੱਤਾਂ ਦੀ ਪੂਜਾ ਕਰਦੇ, ਪਰ ਅਸੀਂ ਯਹੂਦੀ ਜਿਸ ਦੀ ਪ੍ਰਸਤਿਸ਼ ਕਰਦੇ ਹਾਂ ਅਸੀਂ ਉਸ ਨੂੰ ਜਾਣਦੇ ਹਾਂ। ਹਾਂ ਕਹਿੰਦੀ ਇਹ ਤਾਂ ਮਸੀਹਾ ਆਏਗਾ ਤੇ ਸਾਰੀਆਂ ਚੀਜ਼ਾਂ ਖੋਲੇਗਾ। ਕਹਿੰਦਾ ਬੀਬੀ ਤੇਰੇ ਸਾਹਮਣੇ ਬੈਠਾ। ਪ੍ਰਭੂ ਨੇ ਇੱਕ ਮਹਾਨ ਤਰਸ ਉਸ ਔਰਤ ਤੇ ਦਿਖਾਇਆ। ਔਰ ਦੂਸਰਾ ਜਿਹੜਾ ਉਸਨੂੰ ਉਸਨੇ ਕਿਹਾ ਕਿ ਤੇਰੇ ਅੰਦਰੋਂ ਜੀਵਨ ਜਲ ਦੀਆਂ ਧਾਰਾਂ ਫੁੱਟਣਗੀਆਂ। ਅਸੀਂ ਉੱਥੇ ਪੂਰਾ ਹੁੰਦਾ ਉਸ ਚੀਜ਼ ਨੂੰ ਦੇਖ ਲਿਆ। ਉਹ ਪਿੰਡ ਦੇ ਵਿੱਚ ਗਈ, ਉਸਨੇ ਸਾਰਿਆਂ ਨੂੰ ਬਾਜਾਂ ਮਾਰ ਕੇ ਇਕੱਠੇ ਕਰ ਲਿਆ ਕਿ ਦੇਖੋ ਕਿਤੇ ਉਹੀ ਤਾਂ ਨਹੀਂ। ਉਸਨੇ ਮੈਨੂੰ ਉਹ ਸਭ ਕੁਛ ਦੱਸ ਦਿੱਤਾ ਜੋ ਮੈਂ ਕੀਤਾ ਸੀ। ਉਹ ਸਾਰੇ ਪਿੰਡ ਦੇ ਲੋਕ ਉਹ ਪ੍ਰਭੂ ਯਿਸੂ ਮਸੀਹ ਨੂੰ ਦੇਖਣ ਦੇ ਲਈ ਆ ਰਹੇ। ਔਰ ਫਿਰ ਉਸ ਨੂੰ ਉਹ ਆਪਣੇ ਪਿੰਡ ਲੈ ਗਏ। ਯਿਸੂ ਨੇ ਕਿਹਾ ਤੂੰ ਸਾਡੇ ਨਾਲ ਰਹਿ। ਔਰ ਉਹਨਾਂ ਨੇ ਇੱਕ ਚੀਜ਼ ਕਹੀ, ਬੀਬੀ ਪਹਿਲਾਂ ਤਾਂ ਤੇਰੇ ਕਹਿਣ ਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਸੀ, ਪਰ ਹੁਣ ਅਸੀਂ ਸੁਣ ਲਿਆ। ਤੇ ਸਭ ਤੋਂ ਪਹਿਲਾਂ ਉਹ ਪਿੰਡ ਸੀ ਜਿਸ ਨੂੰ ਧਿਕਾਰ ਕੇ ਆਪਣਿਆਂ ਲੋਕਾਂ ਨੇ ਪਰਾਂ ਸੁੱਟ ਦਿੱਤਾ ਸੀ। ਔਰ ਪ੍ਰਭੂ ਦਾ ਉੱਥੇ ਅਸੀਂ ਤਰਸ ਦੇਖਿਆ, ਉਸਦੀ ਦਇਆ ਦੇਖੀ। This whole thing worked as a group। ਅਸੀਂ ਬਾਰ-ਬਾਰ ਪ੍ਰਭੂ ਦੀ ਦਇਆ ਦੇਖਣੀਆਂ, ਪ੍ਰਭੂ ਦੀ ਕਿਰਪਾ ਦੇਖਣੀਆਂ, ਅਸੀਂ ਬਾਰ-ਬਾਰ ਦੇਖਣਾ ਪ੍ਰਭੂ ਦੀ ਮਾਫੀ ਦੇਖਣੀ ਆ। ਸਾਰੀਆਂ ਚੀਜ਼ਾਂ ਦਾ ਐਜ਼ ਹਰੇਕ ਚੀਜ਼ ਦੇ ਵਿੱਚ ਅਸੀਂ ਕੱਲੀ ਨਹੀਂ ਕਹਿ ਸਕਦੇ ਕਿ ਆਹ ਚੀਜ਼ ਕੱਲੀ ਹੈ। ਇੱਥੇ ਜਿਹੜੇ ਬਾਕੀ ਦੀ ਜਿਹੜੀ ਪ੍ਰਭੂ ਦੀ ਨੇਚਰ ਆ, the whole nature is at work। ਪਰ ਅਸੀਂ ਇੱਥੇ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਯਿਸੂ ਦੇ ਵਿੱਚ ਜਿਹੜਾ ਵਚਨ ਦੇਹਧਾਰੀ ਹੋ ਕੇ ਆਇਆ, ਉਸ ਦੇ ਵਿੱਚ ਇਹ ਸਾਰੇ ਦੇ ਸਾਰੇ ਗੁਣ, ਸਾਰੀ ਦੀ ਸਾਰੀ ਇਹ ਨੇਚਰ ਕੰਪਲੀਟ ਹੈ। ਹੋਰ ਕਿਸੇ ਦੇ ਵਿੱਚ ਇਹ ਨੇਚਰ ਪੂਰੀ ਨਹੀਂ ਹੁੰਦੀ, ਸਿਰਫ ਇੱਕ ਦੇ ਵਿੱਚ ਪੂਰੀ ਹੁੰਦੀ ਹੈ। ਬਾਪ ਜੋ ਸਵਰਗ ਦੇ ਵਿੱਚ ਹੈ, ਬੇਟਾ ਜੋ ਧਰਤੀ ਤੇ ਆਇਆ, ਉਸ ਦੇ ਵਿੱਚ ਪੂਰੀ ਹੁੰਦੀ। ਸੋ ਅਗਲੀ ਚੀਜ਼ ਜਿਹੜੀ ਔਰ ਪਵਿੱਤਰ ਆਤਮਾ ਜੋ ਸਾਨੂੰ ਏਦਾਂ ਦਾ ਬਣਾਉਣਾ ਪੈਂਦਾ। ਬਾਪ ਦੇ ਵਿੱਚ ਜੋ ਸਵਰਗ ਦੇ ਵਿੱਚ ਹੈ, ਇਹ ਨੇਚਰ ਪੂਰੀ ਹੁੰਦੀ ਹੈ। ਯਿਸੂ ਜੋ ਧਰਤੀ ਤੇ ਆਇਆ ਉਸ ਦੇ ਵਿੱਚ ਪੂਰੀ ਹੁੰਦੀ ਆ। ਔਰ ਪਵਿੱਤਰ ਆਤਮਾ ਜੋ ਸਾਨੂੰ ਏਦਾਂ ਦਾ ਬਣਾਉਣਾ ਪੈਂਦਾ। ਠੀਕ। ਸੋ ਹੁਣ ਅਸੀਂ ਦੇਖਾਂਗੇ ਕਿ ਪ੍ਰਭੂ ਸਾਡਾ ਦਿਆਲੂ ਅਸੀਂ ਦੇਖ ਲਿਆ। ਹੁਣ ਦੇਖਾਂਗੇ ਉਸਨੇ ਕਿਆ ਕਿਰਪਾਲੂ। ਅਸੀਂ ਦੋ ਉਦਾਹਰਨਾਂ ਅੱਜ ਮੂਵੀ ਦੇ ਵਿੱਚ ਦੇਖੀਆਂ। ਜਿਹੜੀ ਪਹਿਲੀ ਉਦਾਹਰਨ ਸੀਗੀ ਉਹ ਸੀ ਲੂਕਾ ਦਾ 19ਵਾਂ ਭਾਗ, ਉਸਦੀ 1 ਤੋਂ ਲੈ ਕੇ 10 ਆਇਤ ਤੱਕ। ਜਿਸ ਨੂੰ ਮਿਲ ਜਾਏ ਉਹ ਉਸਨੂੰ ਪੜ੍ਹ ਲਵੇ। ਯਹੂਨਾ ਦਾ ਲੂਕਾ ਦਾ 19ਵਾਂ ਭਾਗ, ਲੂਕਾ ਦਾ 19ਵਾਂ ਭਾਗ। ਮੱਤੀ, ਮਰਕਸ, ਲੂਕਾ, ਜਿਹਨੂੰ ਮਿਲ ਜਾਏ ਪੰਨਾ ਵੀ ਦੱਸ ਦੇ ਪਲੀਜ਼। 144 ਪੰਨਾ ਪਿਛਲੇ ਪਾਸੇ। ਕਿੱਥੇ ਤੱਕ ਪੜ੍ਹਨਾ ਪਾਸਟਰ ਜੀ? 19ਵਾਂ ਭਾਗ ਲੈ ਕੇ 10 ਤਾਈਂ ਜੀ। ਓਕੇ, ਠੀਕ ਆ। ਪੇਜ ਨੰਬਰ ਹੈਗਾ 144, 144। ਪ੍ਰਭੂ ਯਿਸੂ, ਹਾਂਜੀ, ਪ੍ਰਭੂ ਯਿਸੂ ਅਤੇ ਟੈਕਸ ਲੈਣ ਵਾਲਾ ਯਕਈ। ਪ੍ਰਭੂ ਯਿਸੂ ਯਰੀਹੋ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਜਾ ਰਹੇ ਸਨ। ਯਰੀਹੋ ਸ਼ਹਿਰ ਵਿੱਚ ਯਕਈ ਨਾਂ ਦਾ ਇੱਕ ਆਦਮੀ ਰਹਿੰਦਾ ਸੀ। ਉਹ ਟੈਕਸ ਲੈਣ ਵਾਲਿਆਂ ਦਾ ਨੇਤਾ ਸੀ। ਉਹ ਧੰਨਵਾਨ ਸੀ। ਉਹ ਯਿਸੂ ਨੂੰ ਦੇਖਣਾ ਚਾਹੁੰਦਾ ਸੀ ਕਿ ਯਿਸੂ ਕੌਣ ਹਨ, ਪਰ ਉਹ ਯਿਸੂ ਨੂੰ ਦੇਖ ਨਾ ਸਕਿਆ, ਕਿਉਂਕਿ ਇੱਕ ਤਾਂ ਯਿਸੂ ਦੇ ਆਲੇ ਦੁਆਲੇ ਭੀੜ ਬਹੁਤ ਸੀ, ਦੂਜਾ ਯਕਈ ਕੱਦ ਦਾ ਬਹੁਤ ਛੋਟਾ ਸੀ। ਇਸ ਲਈ ਉਹ ਯਿਸੂ ਨੂੰ ਦੇਖਣ ਦੇ ਲਈ ਦੌੜ ਕੇ ਇੱਕ ਰੁੱਖ ਉੱਤੇ ਚੜ ਗਿਆ, ਕਿਉਂਕਿ ਯਿਸੂ ਉਸੇ ਰਾਹ ਥਾਣੀ ਜਾਣ ਵਾਲੇ ਸਨ। ਜਦੋਂ ਯਿਸੂ ਉਸ ਰੁੱਖ ਦੇ ਲਾਗੇ ਪਹੁੰਚੇ ਤਾਂ ਉਹਨਾਂ ਨੇ ਉੱਪਰ ਦੇਖਿਆ ਅਤੇ ਯਕਈ ਨੂੰ ਕਿਹਾ, ਯਕਈ ਛੇਤੀ ਨਾਲ ਥੱਲੇ ਉਤਰ ਆ, ਅੱਜ ਮੈਂ ਤੇਰੇ ਘਰ ਹੀ ਰਹਾਂਗਾ। ਇਹ ਸੁਣਦੇ ਸਾਰ ਹੀ ਯਕਈ ਰੁੱਖ ਤੋਂ ਥੱਲੇ ਉਤਰਿਆ ਅਤੇ ਉਸਨੇ ਬੜੀ ਖੁਸ਼ੀ ਨਾਲ ਯਿਸੂ ਦਾ ਸਵਾਗਤ ਆਪਣੇ ਘਰ ਵਿੱਚ ਕੀਤਾ। ਇਹ ਦੇਖ ਕੇ ਸਾਰੇ ਲੋਕੀ ਬੜਬੜਾਉਣ ਲੱਗੇ, ਇਹ ਆਦਮੀ ਇੱਕ ਪਾਪੀ ਆਦਮੀ ਦੇ ਘਰ ਰਹਿਣ ਲਈ ਗਿਆ ਹੈ। ਪਰ ਯਕਈ ਖੜਾ ਹੋਇਆ ਅਤੇ ਉਸਨੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦਿੰਦਾ ਹਾਂ। ਜੇਕਰ ਮੈਂ ਬੇਇਨਸਾਫੀ ਕਰਕੇ ਕਿਸੇ ਕੋਲੋਂ ਕੁਝ ਲਿਆ ਹੈ ਤਾਂ ਮੈਂ ਉਸਨੂੰ 4 ਗੁਣਾ ਮੋੜ ਦਿੰਦਾ ਹਾਂ। ਯਿਸੂ ਨੇ ਕਿਹਾ, ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਆਦਮੀ ਵੀ ਅਬਰਾਹਮ ਦਾ ਪੁੱਤਰ ਹੈ। ਮਨੁੱਖ ਦਾ ਪੁੱਤਰ ਗੁਆਚਿਆਂ ਹੋਇਆਂ ਨੂੰ ਲੱਭਣ ਅਤੇ ਉਹਨਾਂ ਨੂੰ ਬਚਾਉਣ ਆਇਆ ਹੈ।
ਇਹ ਸ਼ਬਦ ਪ੍ਰਭੂ ਯਿਸੂ ਮਸੀਹ ਨੇ ਬਹੁਤ ਵਾਰੀ ਵਰਤਿਆ। ਜਿਸ ਵੇਲੇ ਉਹ ਇੱਕ ਕੁਬੜੀ ਔਰਤ ਨੂੰ ਪ੍ਰਭੂ ਨੇ ਠੀਕ ਕੀਤਾ ਸੀ ਤਾਂ ਪ੍ਰਭੂ ਨੇ ਉਹਨਾਂ ਨੇ ਕਿਹਾ ਤੂੰ ਸਬਤ ਵਾਲੇ ਦਿਨ ਕਿਉਂ ਇਸ ਨੂੰ ਠੀਕ ਕਰਦਾ? ਤਾਂ ਪ੍ਰਭੂ ਨੇ ਉਸਨੇ ਕਿਹਾ ਇਹ ਅਬਰਾਹਮ ਦੀ ਧੀ ਆ, ਇਹ ਵੀ ਅਬਰਾਹਮ ਦੀ ਧੀ ਆ। ਖੂਹ ਤੇ ਬੈਠੇ, ਉਸ ਖੂਹ ਤੇ ਜੋ ਔਰਤ ਆਈ ਸੀ ਉਹ ਵੀ ਅਬਰਾਹਮ ਦੀ ਸੰਤਾਨ। ਸੋ ਕਿਹੜੇ ਨਿਯਮ ਨੂੰ ਚੇਤੇ ਕੀਤਾ ਜਾ ਰਿਹਾ? ਜਿਸ ਵੇਲੇ ਇਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਆਪ ਆਇਆ ਤੇ ਕਿਹੜੇ ਨਿਯਮ ਨੂੰ ਚੇਤੇ ਕੀਤਾ ਜਾ ਰਿਹਾ? ਅਬਰਾਹਮ ਦੇ ਨਿਯਮ ਨੂੰ ਚੇਤੇ ਕੀਤਾ ਜਾ ਰਿਹਾ। ਪ੍ਰਭੂ ਕਦੀ ਆਪਣੇ ਕੀਤੇ ਨਿਯਮ ਨੂੰ ਨਹੀਂ ਭੁੱਲਦਾ। ਉਸਨੇ ਜੋ ਨਿਯਮ ਸਾਡੇ ਨਾਲ ਬੰਨਿਆ ਆ ਉਸ ਨੂੰ ਨਹੀਂ ਕਦੀ ਭੁੱਲਦਾ। ਆਪਣੇ ਨਿਯਮ ਦੇ ਅਨੁਸਾਰ ਉਹ ਕੰਮ ਕਰਦਾ। ਸੋ ਹੁਣ ਇੱਥੇ ਯਰੀਹੋ ਸ਼ਹਿਰ ਦੇ ਵਿੱਚ ਪ੍ਰਭੂ ਗਏ ਆ। ਅਸੀਂ ਮੂਵੀ ਦੇਖੀ ਸੀ 18ਵੇਂ ਭਾਗ ਦੇ ਵਿੱਚ। ਉੱਥੇ ਰਸਤੇ ਦੇ ਵਿੱਚ ਇੱਕ ਅੰਨਾ ਉਸਨੇ ਆਵਾਜ਼ ਦਿੱਤੀ ਯਿਸੂ ਨੂੰ। ਯਿਸੂ ਗਏ, ਖੜ ਗਏ ਉੱਥੇ। ਉਹ ਆਇਆ ਤਾਂ ਉਸਨੇ ਕਿਹਾ ਕਿ ਤੂੰ ਕੀ ਚਾਹੁੰਦਾ? ਪ੍ਰਭੂ ਯਿਸੂ ਨੇ ਪੁੱਛਿਆ। ਉਸਨੇ ਕਿਹਾ ਮੈਨੂੰ ਅੱਖਾਂ ਦੀ, ਮੈਂ ਅੰਨਾ ਆ, ਮੈਂ ਦੇਖਣਾ ਚਾਹੁੰਦਾ। ਤੇ ਪ੍ਰਭੂ ਯਿਸੂ ਮਸੀਹ ਨੇ ਉਸਦੀਆਂ ਅੱਖਾਂ ਤੇ ਹੱਥ ਲਾਇਆ। ਉਸਨੇ ਕਿਹਾ ਜਾ ਦੇਖ। ਔਰ ਉਹ ਦੇਖਣ ਲੱਗ ਪਿਆ। ਔਰ ਉਹ ਪ੍ਰਭੂ ਦਾ ਤਰਸ, ਉਹ ਦਇਆ ਹੈ ਪ੍ਰਭੂ। ਲੇਕਿਨ ਇਹ ਜਿਹੜੀ ਆ ਜੋ ਹੁਣ ਅਸੀਂ ਦੇਖਦੇ ਪਏ ਆ, ਇਹ ਕਿਰਪਾ ਆ। ਇਹ ਕਿਰਪਾ ਹੈ। ਕਿਰਪਾ ਦੀ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਇਹ ਆ। ਔਰ ਜਿਸ ਵੇਲੇ ਪ੍ਰਭੂ ਯਿਸੂ ਮੱਤੀ ਦੇ ਘਰ ਖਾਣ ਗਏ, ਜਿਸ ਲਈ ਉਹ ਮੱਤੀ ਦੇ ਘਰ ਬੈਠੇ ਹੋਆ, ਉਹ ਕਿਰਪਾ ਹੈ। ਕਿਉਂਕਿ ਇੱਥੇ ਪ੍ਰਭੂ ਯਿਸੂ ਮਸੀਹ ਨੇ ਮੁਕਤੀ ਦੀ ਗੱਲ ਕੀਤੀ। ਇੱਕ ਇਨਸਾਨ ਦੇਖਦਾ ਪਿਆ ਸਾਰਾ ਕੁਛ ਉਹਦਾ ਠੀਕ ਆ, ਧਨਵਾਨ ਆ, ਉਸਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਲੇਕਿਨ ਉਹਦਾ ਜਿਹੜਾ ਅੰਤਕਰਨ ਕਿਸੇ ਚੀਜ਼ ਨੂੰ ਲੱਭ ਰਿਹਾ। ਦੇਖਦਿਆਂ ਹੋਇਆਂ ਉਹ ਅੰਨਾ ਆ, ਚੱਲਦਿਆਂ ਹੋਇਆਂ ਉਹ ਲੰਗੜਾ ਆ, ਔਰ ਸਾਹ ਤਾਂ ਲੈ ਰਿਹਾ ਪਰ ਉਹ ਮਰਿਆ। ਉਸਨੂੰ ਆਪਣੇ ਅੰਦਰੋਂ ਦੁਰਗੰਧ ਆ ਰਹੀ ਆ। ਉਸਦਾ ਜਿਹੜਾ ਬਾਹਰਲਾ ਪਾਸਾ ਉਹ ਸਾਰਾ ਠੀਕ ਆ। ਧਰਮ ਉਸਨੂੰ ਸਾਰਾ ਪਤਾ, ਪੜ੍ਹਿਆ ਲਿਖਿਆ ਆਦਮੀ ਆ, ਤਦੇ ਤਾਂ ਸਰਦਾਰ ਆ ਉਹ, ਐਵੇਂ ਥੋੜੋ। ਉਹ ਧਰਮ ਨੂੰ ਜਾਣਦਾ ਪਰ ਉਹ ਪੂਰਾ ਨਹੀਂ ਕਰ ਸਕਦਾ। ਉਹ ਪੂਰਾ ਨਹੀਂ ਕਰ ਸਕਦਾ। ਔਰ ਪ੍ਰਭੂ ਯਿਸੂ ਉੱਥੋਂ ਦੀ ਲੰਘਦੇ ਪਏ ਔਰ ਸਾਰੀਆਂ ਮੁਸੀਬਤਾਂ ਦੀ ਮੁਸੀਬਤ ਉਹ ਕਦ ਤੋਂ ਵੀ ਛੋਟਾ ਹੈ। ਇੱਕ ਅਮੀਰ ਆਦਮੀ ਜੋ ਇੱਕ ਪ੍ਰੋਮੀਨੈਂਟ ਜੌਬ ਦੇ ਉੱਤੇ, ਜੋ ਉਸ ਡਿਸਟ੍ਰਿਕਟ ਦਾ ਟੈਕਸ ਕਲੈਕਟਰ, ਯਰੀਹੋ ਦੇ ਸਾਰੇ ਜਿਹੜੇ ਡਿਸਟ੍ਰਿਕਟ ਆ ਉਸਦਾ ਉਹ ਹੈਡ ਆ ਔਰ ਅਮੀਰ ਆ, ਉਹ ਜਾ ਕੇ ਦੌੜ ਕੇ ਦਰਖਤ ਤੇ ਨਾ। ਸਾਡੇ ਲਈ ਇਹ ਬਹੁਤ ਵੱਡੀ ਗੱਲ ਨਹੀਂ ਹੋਏਗੀ ਇੱਥੇ ਕਿ ਦਰਖਤ ਤੇ ਚੜ ਗਿਆ, ਸੋ ਵਾਟ, ਲੇਕਿਨ ਉਸ ਸਮੇਂ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਦਰਖਤ ਤੇ ਕਿਉਂ ਚੜਿਆ। ਉਸਨੇ ਆਪਣੇ ਆਪ ਨੂੰ, ਬੇਸ਼ੱਕ ਉਹ ਪੌੜੀ ਲਾ ਕੇ ਉੱਤੇ ਚੜਿਆ ਆ, ਪਰ ਉਸਨੇ ਆਪਣੇ ਆਪ ਨੂੰ ਨਮਰ ਕੀਤਾ ਹੈ ਯਿਸੂ ਨੂੰ ਦੇਖਣ ਦੇ ਲਈ ਕਿ ਮੈਨੂੰ ਦਿਖ ਜਾਏ, ਬਸ ਇੰਨਾ ਹੀ ਬਹੁਤ। ਕਿਉਂ ਉਹਦੇ ਦਿਲ ਦੇ ਵਿੱਚ ਇਹ ਚੀਜ਼ ਜਾਗ ਗਈ? ਕਿਉਂਕਿ ਬਹੁਤ ਸਾਰੇ ਟੈਕਸ ਕਲੈਕਟਰ ਔਰ ਬਹੁਤ ਸਾਰੇ ਪਾਪੀ ਲੋਕ ਯਿਸੂ ਦੇ ਕੋਲ ਆਉਣ ਲੱਗ ਪਏ ਸੀ ਔਰ ਸਵਾਈ ਯਿਸੂ ਤੋਂ ਉਹਨਾਂ ਨੂੰ ਸਵੀਕਾਰ ਕੋਈ ਨਹੀਂ ਸੀ ਕਰਦਾ। ਔਰ ਜਿਸਲੇ ਪ੍ਰਭੂ ਯਿਸੂ ਮਸੀਹ ਨੇ ਉੱਪਰ ਨੂੰ ਦੇਖਿਆ ਤਾਂ ਉਸਨੇ ਕਿਹਾ, ਜਕਈ ਅੱਜ ਮੈਂ ਤੇਰੇ ਘਰ ਹੀ। ਉਹ ਖੁਸ਼ ਹੋ ਗਿਆ, ਪ੍ਰਭੂ ਯਿਸੂ ਮਸੀਹ ਨੂੰ ਲੈ ਕੇ ਚਲਾ ਗਿਆ। ਲੋਕਾਂ ਦਾ ਹਾਲ ਦੇਖੋ। ਹੁਣ ਦੇਖਾਂਗੇ ਕਿ ਹੋਰ ਵੀ ਉੱਥੇ ਹੈਗੇ ਜਿਹੜੇ ਦੇਖਦਿਆਂ ਹੋਇਆਂ ਦੇਖਦੇ ਨਹੀਂ ਪਏ, ਸੁਣਦਿਆਂ ਹੋਇਆਂ ਸੁਣਦੇ ਨਹੀਂ ਪਏ, ਸਾਹ ਤਾਂ ਲੈਂਦੇ ਪਰ ਮਰਿਓ। ਹੋਰ ਵੀ ਹੈਗੇ
ਉਹ ਆਪ ਵੀ ਉਹ ਸਾਰਾ ਧਰਮ ਨਹੀਂ ਰੱਖ ਸਕਦੇ ਜਿਹੜੇ ਚਾਹੁੰਦੇ ਆ ਕਿ ਦੂਜਿਆਂ ਦੇ ਜਿਹੜੇ ਹੈਗੇ ਆ ਦੂਸਰੇ ਲੋਕ ਜਿਹੜੇ ਆ ਉਹ ਧਰਮ ਉਹਨਾਂ ਦੇ ਧਰਮ ਦੇ ਉੱਤੇ ਉਂਗਲ ਚੁੱਕਦੇ ਕਿ ਇਹ ਪਾਪੀ ਇਨਸਾਨ ਆ। ਸੇਮ ਧਰਮ ਉਹਨਾਂ ਨੂੰ ਦਿੱਤਾ ਗਿਆ, ਆਪ ਕੋ ਵੀ ਨਹੀਂ ਪੂਰਾ ਹੁੰਦਾ। ਲੇਕਿਨ ਜਿਸ ਵੇਲੇ ਉਹ ਉਹਦੇ ਘਰ ਗਏ ਆ, ਪ੍ਰਭੂ ਯਿਸੂ ਮਸੀਹ ਉਸਦੇ ਘਰ ਗਏ ਆ, ਤਾਂ ਉਹ ਰੋਟੀ ਖਾਣੀ ਉਹਨਾਂ ਨੇ ਸ਼ੁਰੂ ਕੀਤੀ ਹੈ ਔਰ ਪ੍ਰਭੂ ਯਿਸੂ ਮਸੀਹ ਨੇ ਉਸਦੀ ਆਤਮਾ ਨੂੰ ਜਗਾ ਦਿੱਤਾ। ਉਹ ਜਿਹੜਾ ਜੀਂਦਾ ਵੀ ਮਰਿਆ ਸੀ, ਜਿਸ ਦੀ ਆਤਮਾ ਮਰੀ ਪਈ ਸੀ ਅੰਦਰ, ਉਹ ਆਤਮਾ ਜਾਗ ਗਈ ਔਰ ਉਸਨੇ ਉਹ ਕਰਨਾ ਸ਼ੁਰੂ ਕੀਤਾ ਜਿਹੜਾ ਧਰਮ ਦੇ ਅਨੁਸਾਰ ਸੀ। ਉਸਨੇ ਕੋਈ ਨਵੀਂ ਚੀਜ਼ ਨਹੀਂ ਕੀਤੀ। ਇੱਥੇ ਅਸੀਂ ਜਿਸ ਲਈ ਹੁਣ ਸਾਨੂੰ ਜਿਹੜਾ ਧਰਮ ਦਿੱਤਾ ਜਾਣਾ, 10 ਕਮੈਂਡਮੈਂਟਸ ਨੂੰ ਜਿਹੜੇ ਅਸੀਂ ਖੁੱਲ੍ਹਦਾ ਦੇਖਣਾ, ਉਹਦੇ ਵਿੱਚ ਇਹ ਦੱਸਿਆ ਜਾਣਾ ਕਿ ਜੇ ਤੁਸੀਂ ਕਿਸੇ ਤੋਂ ਚੋਰੀ ਕੀਤਾ ਤੇ ਤੁਸੀਂ ਉਸ ਨੂੰ ਦਿਓ, ਜੇ ਕਿਸੇ ਨੂੰ ਠੱਗਿਆ ਤੇ 4 ਗੁਣਾ ਵਾਪਸ ਕਰੋ। ਉਹ ਧਰਮ ਮੰਨਦਾ ਪਿਆ, ਉਸੇ ਹੀ ਧਰਮ ਨੂੰ, ਉਸੇ ਹੀ ਲਾ ਨੂੰ ਜਿਹੜਾ ਉਹ ਮੰਨਦਾ ਪਿਆ। ਪ੍ਰਭੂ ਨੇ ਇੱਕ ਚੀਜ਼ ਕਹੀ ਸੀ, ਮੈਂ ਤੁਹਾਡਾ ਪੱਥਰ ਵਰਗਾ ਦਿਲ ਕੱਢ ਕੇ ਮਾਸ ਦਾ ਦਿਲ ਪਾ ਦੂੰਗਾ, ਮੈਂ ਤੁਹਾਡੇ ਅੰਦਰ ਆਪਣੀ ਰੂਹ ਫੂਕੂੰਗਾ। ਔਰ ਯਿਸੂ ਜਿਸ ਲਈ ਉਸਦੇ ਘਰ ਗਏ ਆ, ਉਸਦੇ ਅੰਦਰ ਪ੍ਰਭੂ ਯਿਸੂ ਨੇ ਨਵੀਂ ਰੂਹ। ਪਰ ਮੂਵੀ ਦੇ ਵਿੱਚ ਬਹੁਤ ਸੋਹਣਾ ਉਹਨਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਉਹ ਕੰਧਾਂ ਦੇ ਵਿੱਚ ਉਹਨੇ ਪੈਸੇ ਲੁਕੋਏ ਆ, ਉੱਥੋਂ ਕੱਢ ਕੇ ਲੋਕਾਂ ਨੂੰ ਦਿੰਦਾ ਪਿਆ। ਅੱਗੇ ਉਹਨਾਂ ਪੈਸਿਆਂ 'ਚ ਉਸਦੀ ਜਾਨ ਬਸੀ ਹੋਈ ਸੀ। ਉਹ ਜਿਹੜਾ ਪੈਸੇ ਸੀਗੇ ਨਾ ਉਸਨੇ ਰੱਖੇ, ਉਹਨਾਂ ਦੇ ਵਿੱਚ ਜਾਨ ਫਸੀ ਹੋਈ ਸੀ ਔਰ ਉਹਨਾਂ ਨੂੰ ਹੀ ਹੁਣ ਕੱਢ ਕੇ ਉਹ ਜਿਹੜੇ ਬਾਹਰ ਖੜੇ ਬੁੜਬੁੜਾਉਂਦੇ ਪਏ ਆ ਉਹਨਾਂ ਨੂੰ ਦੇ ਰਿਹਾ। ਫਿਰ ਯਿਸੂ ਨੇ ਇੱਕ ਚੀਜ਼ ਕਹੀ, ਯਿਸੂ ਨੇ ਕਿਹਾ, ਅੱਜ ਇਸ ਘਰ ਦੇ ਵਿੱਚ ਮੁਕਤੀ ਆਈ ਆ, ਪ੍ਰਭੂ ਦੀ ਸੈਲਵੇਸ਼ਨ ਆਈ ਆ। ਔਰ ਸਾਨੂੰ ਪ੍ਰਭੂ ਦੀ ਮਹਾਨ ਆਇਤ ਇੱਥੇ ਜਿਹੜੀ ਮਿਲਦੀ ਆ ਉਹ ਇਹ ਆ, ਮੈਂ ਪਾਪੀਆਂ ਨੂੰ ਲੱਭਣ ਤੇ ਉਹਨਾਂ ਨੂੰ ਬਚਾਉਣਾ ਹੈ। ਸੋ ਇਹ ਹੈ ਕਿਰਪਾ ਦੀ ਇੱਕ ਐਗਜ਼ੈਂਪਲ। ਔਰ ਇੱਥੋਂ ਅਸੀਂ ਇਹ ਦੇਖਦੇ ਪਏ ਹਾਂ the grace of God, ਪ੍ਰਭੂ ਦੀ ਕਿਰਪਾ ਕਿਸ ਤਰ੍ਹਾਂ ਕੰਮ ਕਰਦੀ ਹੈ, ਉਸਦੀ ਦਇਆ ਕਿਸ ਤਰ੍ਹਾਂ ਕੰਮ ਕਰਦੀ ਹੈ। ਦੂਸਰਾ ਹਿੱਸਾ ਜਿਹੜਾ ਅਸੀਂ ਇਹਦੇ ਲਈ ਦੇਖਿਆ ਸੀ, ਉਹ ਸੀ ਯਹੂਨਾ ਦੇ ਵਿੱਚੋਂ ਦੇਖਿਆ ਸੀ, ਯਹੂਨਾ ਦਾ 12ਵਾਂ ਪਾਵ, ਉਸਦੀ ਮੂਵੀ ਅਸੀਂ ਦੇਖੀ ਸੀ। ਸੋ ਆਓ ਅਸੀਂ 8ਵਾਂ ਪਾਵ, ਮਾਫ ਕਰਨਾ, 8ਵਾਂ ਪਾਵ, ਯਹੂਨਾ ਦਾ 8ਵਾਂ ਪਾਵ। ਔਰ ਇਸ ਦੀ ਕੋਈ ਜਾਣਾ 1 ਤੋਂ ਲੈ ਕੇ 11 ਆਇਤ ਤੱਕ ਪੜ੍ਹਦਾ ਹੈ, ਜਿਸ ਨੂੰ ਮੈਂ ਪੜ੍ਹਦਾ। ਓਕੇ ਥੈਂਕ ਯੂ ਜੀ। ਵਿਚਾਰਨ ਔਰਤ ਦਾ ਛੁਟਕਾਰਾ। ਪਰ ਯਿਸੂ ਜੈਤੂਨ ਦੇ ਪਹਾੜ ਵੱਲ ਚਲੇ ਗਏ। ਅਗਲੇ ਦਿਨ ਸਵੇਰੇ ਹੀ ਫਿਰ ਉਹ ਮੰਦਿਰ ਵਿੱਚ ਗਏ। ਸਾਰੇ ਲੋਕੀ ਉਹਨਾਂ ਕੋਲ ਇਕੱਠੇ ਹੋ ਗਏ ਅਤੇ ਉਹ ਉਹਨਾਂ ਨੂੰ ਬੈਠ ਕੇ ਸਿੱਖਿਆ ਦੇਣ ਲੱਗੇ। ਧਰਮ ਗ੍ਰੰਥੀ ਅਤੇ ਫਰੀਸੀ ਇੱਕ ਔਰਤ ਨੂੰ ਲਿਆਏ ਜੋ ਵਿਚਾਰ ਕਰਦੀ ਫੜੀ ਗਈ ਸੀ। ਉਹ ਉਸ ਔਰਤ ਨੂੰ ਵਿਚਕਾਰ ਖੜਾ ਕਰਕੇ ਬੋਲੇ, ਗੁਰੂ ਜੀ, ਇਹ ਔਰਤ ਵਿਚਾਰ ਕਰਦੀ ਫੜੀ ਗਈ ਹੈ। ਸਾਡੀ ਵਿਵਸਥਾ ਵਿੱਚ ਮੂਸਾ ਨੇ ਸਾਨੂੰ ਆਗਿਆ ਦਿੱਤੀ ਹੈ ਕਿ ਇਹੋ ਜਿਹੀਆਂ ਔਰਤਾਂ ਨੂੰ ਪਥਰਾਓ ਕਰਕੇ ਮਾਰ ਦਿੱਤਾ ਜਾਵੇ, ਪਰ ਤੁਸੀਂ ਕੀ ਕਹਿੰਦੇ ਹੋ? ਇਹ ਉਹਨਾਂ ਨੇ ਯਿਸੂ ਨੂੰ ਪਰਖਣ ਵਾਸਤੇ ਕਿਹਾ ਕਿ ਉਹ ਯਿਸੂ ਉੱਤੇ ਕੋਈ ਦੋਸ਼ ਲਾ ਸਕਣ। ਪਰ ਯਿਸੂ ਝੁੱਕ ਕੇ ਉਂਗਲੀ ਨਾਲ ਜ਼ਮੀਨ ਉੱਤੇ ਕੁਝ ਲਿਖਣ ਲੱਗੇ। ਪਰ ਜਦੋਂ ਉਹ ਲੋਕੀ ਉੱਤੇ ਖੜੇ ਯਿਸੂ ਤੋਂ ਪੁੱਛਦੇ ਹੀ ਰਹੇ ਤਾਂ ਉਹਨਾਂ ਨੇ ਆਪਣਾ ਸਿਰ ਉਤਾਂ ਚੁੱਕ ਕੇ ਉਹਨਾਂ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਨੂੰ ਕਿਹਾ, ਤੁਹਾਡੇ ਵਿੱਚੋਂ ਜੋ ਕੋਈ ਵੀ ਬਿਨਾਂ ਪਾਪ ਦੇ ਹੈ, ਉਹੀ ਪਹਿਲਾ ਪੱਥਰ ਇਸ ਨੂੰ ਮਾਰੇ। ਇਹ ਕਹਿ ਕੇ ਉਹ ਫਿਰ ਝੁੱਕ ਕੇ ਜ਼ਮੀਨ ਉੱਤੇ ਲਿਖਣ ਲੱਗੇ। ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹ ਵੱਡਿਆਂ ਤੋਂ ਸ਼ੁਰੂ ਕਰਕੇ ਛੋਟਿਆਂ ਤੱਕ ਸਾਰੇ ਇੱਕ ਇੱਕ ਕਰਕੇ ਉੱਥੋਂ ਖਿਸਕ ਗਏ। ਕੇਵਲ ਯਿਸੂ ਅਤੇ ਉਹ ਔਰਤ ਜੋ ਵਿਚਕਾਰ ਸੀ ਉੱਥੇ ਰਹਿ ਗਏ। ਯਿਸੂ ਨੇ ਫਿਰ ਆਪਣਾ ਸਿਰ ਉਤਾਂ ਚੁੱਕਿਆ ਤੇ ਉਸ ਔਰਤ ਨੂੰ ਕਿਹਾ, ਬੀਬੀ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਇਆ? ਉਸ ਔਰਤ ਨੇ ਉੱਤਰ ਦਿੱਤਾ, ਪ੍ਰਭੂ ਜੀ, ਕਿਸੇ ਨੇ ਨਹੀਂ। ਯਿਸੂ ਨੇ ਕਿਹਾ, ਮੈਂ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਉਂਦਾ, ਜਾ ਅੱਗੇ ਤੋਂ ਫਿਰ ਪਾਪ ਨਾ ਕਰੀਂ। ਆਮੀਨ। तो जा फिर पाप ना करें। सो
ਹੁਣ ਅਸੀਂ ਇੱਥੇ ਇੱਕ ਡਿਫਰੈਂਟ ਪ੍ਰਭੂ ਯਿਸੂ ਮਸੀਹ ਦਾ ਰੂਪ ਦੇਖਦੇ ਪਏ ਹਾਂ ਔਰ ਇੱਥੇ ਆਲਰੇਡੀ ਜਿਹੜੀ ਕੰਟਰੋਵਰਸੀ ਆ ਉਹ ਚੱਲਦੀ ਪਈ ਆ ਯਹੂਦੀਆਂ ਦੇ ਵਿੱਚ ਔਰ ਪ੍ਰਭੂ ਯਿਸੂ ਮਸੀਹ ਦੇ ਵਿੱਚ, ਕਿਉਂਕਿ ਜਿੱਦਾਂ ਹੀ 5ਵਾਂ ਚੈਪਟਰ ਸ਼ੁਰੂ ਹੁੰਦਾ ਪ੍ਰਭੂ ਯਿਸੂ ਮਸੀਹ ਨੇ ਯਹੂਦੀਆਂ ਦੇ ਵਿੱਚ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਆ। ਅਸੀਂ ਉਹਨਾਂ ਦੇ ਵੱਡੇ ਕੰਮ ਦੇਖਣੇ ਸ਼ੁਰੂ ਕਰ ਦਿੱਤੇ, ਹਜ਼ਾਰਾਂ ਨੂੰ ਖਿਲਾਉਣਾ, ਹਜ਼ਾਰਾਂ ਹੀ ਲੋਕ ਪ੍ਰਭੂ ਯਿਸੂ ਮਸੀਹ ਨੂੰ ਫੋਲੋ ਕਰਦੇ ਪਏ ਆ। ਪ੍ਰਭੂ ਯਿਸੂ ਮਸੀਹ ਨੇ ਆਲਰੇਡੀ ਉਹਨਾਂ ਨੂੰ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ, ਬਹੁਤ ਸਾਰਿਆਂ ਨੂੰ ਠੀਕ ਕੀਤਾ। ਇੱਕ ਅੰਨਾ ਜਿਸ ਦੀਆਂ ਅੱਖਾਂ ਹੈ ਹੀ ਨਹੀਂ ਸੀ, ਪ੍ਰਭੂ ਨੇ ਉਸ ਨੂੰ ਅੱਖਾਂ ਦਿੱਤੀਆਂ। ਉਹਦੇ ਕਰਕੇ ਮੰਦਿਰ ਦੇ ਵਿੱਚ ਬਹੁਤ ਸਾਰੀ ਕੰਟਰੋਵਰਸੀ ਹੋ ਗਈ। ਉਸ ਅੰਨੇ ਨੇ ਉਹ ਸਾਰੇ ਫਰੀਸੀਆਂ ਤੇ ਸਦੂਕਿਆਂ ਨੂੰ ਝਾੜ ਸਿੱਟਿਆ ਕਿ ਜੇ ਤੁਹਾਨੂੰ ਇੰਨਾ ਹੀ ਪਤਾ ਆ ਤਾਂ ਮੈਂ ਅੱਜ ਤੱਕ ਤਾਂ ਨਹੀਂ ਸੁਣਿਆ ਕਿ ਕਿਸੇ ਨੇ ਇੱਕ ਅੰਨੇ ਨੂੰ, ਇੱਕ ਬੇਦੀਦੇ ਨੂੰ ਕਿਸੇ ਨੇ ਡੇਲੇ ਦਿੱਤੇ ਹੋਣ, ਅੱਖਾਂ ਦਿੱਤੀਆਂ ਹੋਣ। ਮੈਂ ਤਾਂ ਨਹੀਂ ਸੁਣਿਆ। ਜੇ ਉਹ ਪਾਪੀ ਆ, ਸਬਤ ਨਹੀਂ ਰੱਖਦਾ, ਤੇ ਉਹ ਨਹੀਂ ਇਹ ਕਰ ਸਕਦਾ। ਔਰ ਉਹ ਅੰਨਾ ਵੀ ਇਸ ਵੇਲੇ ਪ੍ਰਭੂ ਯਿਸੂ ਮਸੀਹ ਨਹੀਂ, ਇਹ ਆਪਾਂ ਪਿੱਛੇ ਆ ਗਏ, ਮਾਫ ਕਰਨਾ, 6ਵੇਂ 7ਵੇਂ ਭਾਵ ਦੇ ਵਿੱਚ, ਮਾਫ ਕਰਨਾ, ਅਸੀਂ ਪਿੱਛੇ ਹਾਲੇ ਉਹ ਅੱਗੇ ਜਾ ਕੇ ਆਉਣਾ, ਇੱਥੋਂ ਭੀੜ ਬਣਨੀ ਸ਼ੁਰੂ ਹੋਣੀ। ਪਿੱਛੋਂ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਸਾਰੀਆਂ ਚੀਜ਼ਾਂ, ਉਹਨਾਂ ਦਾ ਪਾਣੀ ਤੇ ਚੱਲਣਾ ਔਰ ਉਹਨਾਂ ਦੇ ਜਿਹੜੇ ਤਿੱਖੇ ਸ਼ਬਦ ਆ, ਉਹ ਸਾਰੇ ਲੋਕ ਸੁਣਦੇ ਆ ਰਹੇ ਆ। ਹੌਲੀ ਹੌਲੀ ਭੀੜ ਇਕੱਠੀ ਹੋ ਰਹੀ ਆ। ਇੱਥੇ ਇਨਫ ਭੀੜ ਆ ਜਿਹੜੀ ਇਕੱਠੀ ਹੋ ਚੁੱਕੀ ਹੈ। ਹੁਣ ਜਿਹੜੀ ਚੀਜ਼ ਆ, ਇਹ ਔਰਤ ਨੂੰ ਘਸੀਟ ਕੇ ਲੈ ਗਿਆ ਔਰ ਉਸਨੂੰ ਲਿਆ ਕੇ ਪ੍ਰਭੂ ਯਿਸੂ ਮਸੀਹ ਦੇ ਮੂਹਰੇ ਸੁੱਟ ਦਿੱਤਾ ਔਰ ਕਹਿੰਦੇ ਆ ਇਹ ਰੰਗੇ ਹੱਥੀਂ ਫੜੀ। ਔਰ ਸਾਡੇ ਧਰਮ ਗ੍ਰੰਥ ਦੇ ਵਿੱਚ ਲਿਖਿਆ ਕਿ ਐਦਾਂ ਦੀਆਂ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਜਾਏ। ਪਰ ਇਹ ਅਧੂਰਾ ਸੱਚ ਹੈ। ਵਚਨ 'ਚ ਲਿਖਿਆ ਕਿ ਦੋਨਾਂ ਨੂੰ ਮਾਰ ਦਿੱਤਾ ਜਾਏ। ਸੋ ਜੇ ਉਹਨਾਂ ਨੇ ਉਹ ਦੂਜੇ ਪਾਪੀ ਦੀ ਸਾਈਡ ਲਈ ਆ ਪਰ ਉਹਨੂੰ ਦੇ ਕੁਛ ਨਹੀਂ ਸਕਦੇ, ਤਾਂ ਪ੍ਰਭੂ ਯਿਸੂ ਮਸੀਹ ਨੇ ਇਸ ਔਰਤ ਦੀ ਸਾਈਡ, ਕਿਉਂਕਿ ਉਹਨੂੰ ਪੇਸ਼ ਨਾ ਕਰਕੇ ਉਹ ਪਾਪ ਕਰ ਰਹੇ, ਉਹ ਆਪ ਹੀ ਪਾਪ ਕਰ ਰਹੇ, ਉਹਦੇ ਤੋਂ ਵੀ ਪਾਪ ਕਰਵਾ ਰਹੇ ਆ। ਪਰ ਇਹਨੂੰ ਪ੍ਰਭੂ ਯਿਸੂ ਮਸੀਹ ਤੋਂ ਦੇ ਕੋਲ ਲਿਆ ਕੇ ਉਸਨੂੰ ਪਤਾ ਨਹੀਂ ਕਿ ਕਿਹਦੇ ਕੋਲ ਲੈ ਕੇ ਆਏ। ਸੋ ਪ੍ਰਭੂ ਯਿਸੂ ਮਸੀਹ ਨੇ ਧਰਤੀ ਦੇ ਉੱਤੇ ਕੁਛ ਲਿਖਣਾ ਸ਼ੁਰੂ ਕੀਤਾ। ਉਸਨੇ, ਉਹਨਾਂ ਨੇ ਪੁੱਛੀ ਗਏ ਕੀ ਕਰਨਾ ਚਾਹੀਦਾ, ਤੂੰ ਕੀ ਕਹਿਣਾ ਇਸ ਦੇ ਨਾਲ ਕੀਤਾ ਜਾਏ, ਧਰਮ ਗ੍ਰੰਥ ਏਦਾਂ ਕਹਿੰਦਾ ਇਸ ਦੇ ਨਾਲ ਆਹ ਕੀਤਾ ਜਾਏ, ਤੂੰ ਕੀ ਕਹਿਣਾ ਇਸ ਨਾਲ ਕੀ ਕੀਤਾ ਜਾਏ। ਬਾਰ-ਬਾਰ ਉਸਨੂੰ ਪੁੱਛਦੇ ਪਿਆ। ਪ੍ਰਭੂ ਯਿਸੂ ਨੇ ਕਿਹਾ ਜਿਸਨੇ ਗੁਨਾਹ ਨਹੀਂ ਕੀਤਾ ਪਹਿਲਾ ਪੱਥਰ ਉਹ ਮਾਰੇ। ਨਾ ਹੁਣ ਇੱਥੇ ਜਿਹੜੀ ਬੈਸਟ ਥਿੰਗ ਆਉਂਦੀ ਆ, ਵੱਡੇ ਤੋਂ ਲੈ ਕੇ ਛੋਟੇ ਤੱਕ, ਅਹੁਦੇ ਅਨੁਸਾਰ, ਵੱਡੇ ਤੋਂ ਲੈ ਕੇ ਛੋਟੇ ਤੱਕ, ਉਮਰ ਦੇ ਅਨੁਸਾਰ ਸਾਰੇ ਜਾਣੇ ਉੱਤੇ ਆਪਣੇ ਪੱਥਰ ਸੁੱਟ ਕੇ ਤੇ ਘਰ ਨੂੰ ਵਾਪਸ ਚਲੇ ਗਏ, ਖਿਸਕ ਗਏ। ਕਹਿਣ ਦਾ ਮਤਲਬ ਕਿ ਸਾਰੇ ਇੱਕ ਇੱਕ ਕਰਕੇ ਖਿਸਕ ਗਏ। ਔਰ ਯਿਸੂ ਨੇ ਉਸ ਔਰਤ ਤੋਂ ਪੁੱਛਿਆ, ਆਪਣਾ ਸਿਰ ਤਾਂ ਨੂੰ ਚੁੱਕਿਆ, ਪੁੱਛਿਆ, ਤੇ ਇੱਥੋਂ ਦੇਖੋ ਧਿਆਨ ਨਾਲ, ਯਿਸੂ ਨੇ ਫਿਰ ਆਪਣਾ ਸਿਰ ਉਤਾਂ ਚੁੱਕਿਆ ਤੇ ਉਸ ਔਰਤ ਨੂੰ ਕਿਹਾ, ਬੀਬੀ ਉਹ ਕਿੱਥੇ ਹਨ? ਕੀ ਕਿਸੇ ਨੇ ਤੈਨੂੰ ਅਪਰਾਧੀ ਨਹੀਂ ਠਹਿਰਾਇਆ? ਉਸ ਔਰਤ ਨੇ ਉੱਤਰ ਦਿੱਤਾ, ਪ੍ਰਭੂ ਜੀ ਕਿਸੇ ਨੇ ਨਹੀਂ। ਯਿਸੂ ਨੇ ਕਿਹਾ, ਮੈਂ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਉਂਦਾ। ਇੱਕ ਸੀ ਜਿਹੜਾ ਉਹਦੇ ਪੱਥਰ ਮਾਰ ਸਕਦਾ ਸੀ, ਪਹਿਲਾ ਪੱਥਰ ਮਾਰ ਸਕਦਾ ਸੀ। ਇਹ ਪ੍ਰਭੂ ਦੀ ਇੱਥੇ ਅਸੀਂ ਕਿਰਪਾ ਦੇਖਦੇ ਪਏ। ਔਰ ਪ੍ਰਭੂ ਨੇ ਕਿਹਾ, ਜਾ ਹੁਣ ਗੁਨਾਹ ਨਾ ਕਰੀ, ਹੁਣ ਤੂੰ ਗੁਨਾਹ ਨਾ ਕਰੀ। ਔਰ ਫਿਰ ਪ੍ਰਭੂ ਨੇ ਬੜੀ ਪਿਆਰੀ ਹਿੱਸਾ ਇੱਥੇ ਜਿਹੜਾ ਆਉਂਦਾ, ਪ੍ਰਭੂ ਨੇ ਜਿਹੜਾ ਕਿਹਾ, ਕਿਉਂਕਿ ਹਰ ਇੱਕ ਚੀਜ਼ ਤੋਂ ਬਾਅਦ ਪ੍ਰਭੂ ਕੋਈ ਚੀਜ਼, ਵੱਡੀ ਚੀਜ਼ ਤੋਂ ਬਾਅਦ ਕੋਈ ਚੀਜ਼ ਲੈ ਕੇ ਆਉਂਦੇ ਆ ਜਿਹੜੀ ਸਾਡੇ ਲਈ ਬਰਕਤ ਆ ਰਹੀ। ਪ੍ਰਭੂ ਯਿਸੂ ਨੇ 12ਵੀਂ ਆਇਤ ਦੇ ਵਿੱਚ ਕੀ ਕਿਹਾ? 8ਵਾਂ ਭਾਵ ਉਸਦੀ 12ਵੀਂ ਆਇਤ ਦੇਖੋ। ਯਿਸੂ ਨੇ ਫਿਰ ਉਹਨਾਂ ਨੂੰ ਆਖਿਆ, ਮੈਂ ਸੰਸਾਰ ਦੀ ਜੋਤੀ ਹਾਂ, ਜੋ ਮੇਰੇ ਪਿੱਛੇ ਆਏਗਾ ਹਨੇਰੇ ਵਿੱਚ ਨਹੀਂ ਚੱਲੇਗਾ, ਸਗੋਂ ਜੀਵਨ ਦੀ ਜੋਤੀ ਪ੍ਰਾਪਤ ਕਰੇਗਾ। And that's the solution.
ਇਹ ਮੁਕਤੀ ਜਿਹੜੀ ਉਹ ਪਾ ਕੇ ਚਲੀ ਗਈ। ਔਰ ਇਸ ਦੇ ਵਿੱਚ ਅਸੀਂ ਦੇਖਦੇ ਪਏ ਹਾਂ ਕਿ ਸਾਡੇ ਪ੍ਰਭੂ ਦੀ ਕਿਰਪਾ ਜਿਹੜੀ ਅਸੀਂ ਦੇਖਦੇ ਪਏ ਹਾਂ, ਜਿਸ ਕਿਰਪਾ ਦੇ ਨਾਲ ਉਸਨੇ ਸਾਨੂੰ ਬਚਾਇਆ, ਜਿਸ ਕਿਰਪਾ ਦੇ ਨਾਲ ਪ੍ਰਭੂ ਨੇ ਇੱਕ ਮੁਕਤੀ ਦਾ ਜਿਹੜਾ ਦਾਨ ਸਾਨੂੰ ਦਿੱਤਾ, ਜਿਹੜਾ ਸਾਡੇ ਤੇ ਰਹਿਮ ਹੋਇਆ। ਇਸੇ ਕਿਰਪਾ ਦੇ ਨਾਲ ਅਸੀਂ ਬਚਾਏ, ਜਿਸ ਕਿਰਪਾ ਦੇ ਨਾਲ ਪ੍ਰਭੂ ਨੇ ਉਸ ਜਕਈ ਨੂੰ ਬਚਾਇਆ, ਜਿਸ ਕਿਰਪਾ ਦੇ ਨਾਲ ਪ੍ਰਭੂ ਨੇ ਇਸ ਔਰਤ ਨੂੰ ਬਚਾਇਆ, ਉਹੀ ਕਿਰਪਾ ਸਾਡੇ ਨਾਲ। ਜਿਸ ਦਇਆ ਦੇ ਨਾਲ ਉਸ ਅੰਨੇ ਨੂੰ ਅੱਖਾਂ ਦਿੱਤੀਆਂ, ਜਿਸ ਦੇ ਬਾਰੇ ਅਸੀਂ ਮੂਵੀ ਦੇ ਵਿੱਚ ਦੇਖਿਆ, ਤੇ ਜਿਸ ਦਇਆ ਦੇ ਕਰਕੇ ਉਸ ਔਰਤ ਨੂੰ ਜੋ ਖੂਹ ਤੇ ਸੀ, ਔਰ ਦਇਆ ਔਰ ਕਿਰਪਾ ਦੋਨੋਂ ਉਹਦੇ ਉੱਤੇ ਹੋਈਆਂ ਕਿ ਉਸਨੂੰ ਉਸਦੀਆਂ ਵੀ ਅੰਦਰ ਦੀਆਂ ਅੱਖਾਂ ਖੁੱਲ ਗਈਆਂ। ਉਹਨੇ ਵੀ ਆਪਣਾ ਜਿਹੜਾ ਪਾਪ ਆ ਉਹ ਚਾਨਣ ਦੇ ਵਿੱਚ ਦੇਖਿਆ। ਲੇਕਿਨ ਜਿਸ ਵੇਲੇ ਪ੍ਰਭੂ ਨੇ ਉਸਦਾ ਬੋਝ, ਉਸ ਪਾਪ ਦਾ ਜਿਹੜਾ ਬੋਝ ਸੀ ਉਹਦੇ ਮੋਢੇ ਤੋਂ ਚੁੱਕ ਲਿਆ, ਤਾਂ ਉਸਨੇ ਵੀ ਜਾ ਕੇ ਕਿਹਾ ਕਿ ਮੈਨੂੰ ਜੋ ਕੁਛ ਮੈਂ ਕੀਤਾ ਸੀ ਉਸਨੇ ਮੈਨੂੰ ਸਾਰਾ ਕੁਛ ਦੱਸ ਦਿੱਤਾ, ਕਿਤੇ ਇਹ ਉਹੀ ਤਾਂ ਨਹੀਂ। ਔਰ ਬਹੁਤਿਆਂ ਨੇ ਵਿਸ਼ਵਾਸ ਕੀਤਾ। ਸੋ ਕਿਰਪਾ ਤੇ ਪ੍ਰਭੂ ਦੀ ਦਇਆ ਇਹ ਦੋਨੋਂ ਨਾਲ ਚੱਲਦੀਆਂ। ਦਇਆ ਪ੍ਰਾਪਤ ਕਰਕੇ ਬਹੁਤੇ ਚਲੇ ਜਾਂਦੇ ਆ, ਕਿਰਪਾ ਦਾ ਇੰਤਜ਼ਾਰ ਨਹੀਂ ਕਰਦੇ। ਅੱਜ ਕੱਲ ਜਿਹੜੀ ਇਨਸਾਨ ਦੀ ਦੌੜ ਆ ਨਾ, ਉਹ ਸਿਰਫ ਦਇਆ ਤੱਕ ਆ। ਦਇਆ ਕਿ ਮੇਰਾ ਆਹ ਕੰਮ ਹੋ ਜਾਵੇ, ਮੇਰਾ ਆਹ ਕੰਮ ਹੋ ਜਾਵੇ, ਮੇਰਾ ਆਹ ਕੰਮ ਹੋ ਜਾਵੇ ਤੇ ਮੇਰਾ ਆਹ ਕੰਮ ਹੋ ਜਾਵੇ। ਐਂਡ ਯੈਸ, ਇਟ ਇਜ਼ ਮਸਟ। ਔਰ ਜਿਸ ਵੇਲੇ ਪ੍ਰਭੂ ਉਹ ਕਰ ਦਿੰਦਾ ਤੇ ਉਹ ਕਹਿੰਦੇ ਕਿ ਬਸ ਹੁਣ ਮੈਂ ਚੜਾਵਾ ਕੀ ਚੜਾਵਾਂ। ਚੜਾਵਾ ਉਹ ਇਸ ਦਿਲ ਦਾ ਮੰਗਦਾ, ਇਸ ਦਿਲ ਦਾ ਚੜਾਵਾ ਮੰਗਦਾ, ਉਹ ਹੋਰ ਨਹੀਂ ਕਿਸੇ ਚੀਜ਼ ਦਾ। ਮੇਰੀਆਂ ਗੁਨਾਹਾਂ ਦਾ ਚੜਾਵਾ ਮੰਗਦਾ, ਇਹਨੂੰ ਚੜਾ ਦੇ। ਇਹ ਨਹੀਂ ਕਿਸੇ ਨੇ ਲੜੇ ਦਿਲ ਤੋਂ। ਔਰ ਇਹ ਸਾਡੇ ਪ੍ਰਭੂ ਦੀ ਜਿਹੜੀ ਮਹਾਨ ਦਇਆ ਤੇ ਕਿਰਪਾ ਜਿਹੜੀ ਸਾਡੇ ਤੇ ਉਸਦੀ ਆਉਂਦੀ ਹੈ। ਅਗਲੀ ਚੀਜ਼ ਜਿਹੜੀ ਆ ਉਹ ਵੀ ਬਹੁਤ ਪਿਆਰੀ ਹੈ, ਜਿਸ ਲਈ ਅਸੀਂ ਮੁੜਦੇ 34ਵੇਂ ਭਾਵ ਦੇ ਵਿੱਚ ਜਾਵਾਂਗੇ। ਔਰ ਉਹ ਹੈ, ਉਸਨੇ ਕਿਹਾ ਮੈਂ ਦਿਆਲੂ, ਕਿਰਪਾਲੂ ਅਤੇ ਗੁੱਸਾ ਕਰਨ ਦੇ ਵਿੱਚ ਮੱਠਾ ਔਰ ਧੀਰਜ ਰੱਖਣ। ਇੱਕਦਮ ਮੈਂ ਭੜਕਦਾ ਨਹੀਂ, ਮੈਂ ਬਹੁਤ ਧੀਰਜ ਰੱਖਾਂਗਾ। Not easy to anger and long suffering. ਬਹੁਤ ਕੁਛ ਚੱਲ ਲੈਣਾ। ਅਸੀਂ ਜਦੋਂ ਦੀ ਕੂਚ ਦੀ ਪੁਸਤਕ ਸ਼ੁਰੂ ਕੀਤੀ ਆ, ਪ੍ਰਭੂ ਇਹਨਾਂ ਲੋਕਾਂ ਦੀ ਝੱਲਦਾ ਹੀ ਆ ਰਿਹਾ ਕਿ ਨਹੀਂ। ਜਿਸ ਵੇਲੇ ਮੂਸਾ ਨੇ ਜਾ ਕੇ ਉੱਥੇ ਗਿਆ, ਮੂਸਾ ਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਕਿੱਦਾਂ ਪਤਾ ਲੱਗੇ ਕਿ ਤੈਨੂੰ ਪ੍ਰਭੂ ਨੇ ਘੱਲਿਆ। ਤਾਂ ਉਸਨੇ ਆਪਣੀ ਲਾਠੀ ਸੁੱਟੀ, ਉਹ ਸੱਪ ਬਣ ਗਿਆ। ਹੱਥ ਪਾਇਆ, ਉਹ ਕੋੜ ਦੇ ਨਾਲ ਭਰਿਆ ਸੀ। ਮੁੜ ਕੇ ਹੱਥ ਪਾਇਆ, ਉਹ ਸਾਫ਼ ਸੀ। ਤਾਂ ਉਹ ਸਾਰੇ ਫਿਰ ਕਹਿਣ ਲੱਗੇ ਕਿ ਯਸ, ਤੂੰ ਸੱਚਮੁੱਚ ਪ੍ਰਭੂ ਨੇ ਤੈਨੂੰ ਘੱਲਿਆ। ਔਰ ਫਿਰ ਉਹ ਜਿਸਲੇ ਫਿਰਆਉਨ ਦੇ ਕੋਲ ਗਿਆ, ਉਸਨੇ ਕਿਹਾ, ਪ੍ਰਭੂ ਨੇ ਕਿਹਾ ਕਿ ਮੇਰੇ ਲੋਕਾਂ ਨੂੰ ਜਾਣ ਦੇ। ਉਹ ਕਹਿੰਦਾ ਨਹੀਂ, ਮੈਂ ਨਹੀਂ ਜਾਣ ਦੇਣਾ। ਉਹ ਹੋਏ ਮੇਰਾ ਕਲ ਉੱਥੇ ਹੋਏ। ਉਸਨੇ ਕਿਹਾ ਇਸ ਤੋਂ ਵੱਡੇ ਮੇਰੇ ਕਲ ਤਾਂ ਮੇਰੇ ਜਾਦੂਗਰ ਕਰ ਲੈਂਦੇ ਆ। ਉਸਨੇ ਕਿਹਾ ਇਹਨਾਂ ਲੋਕਾਂ ਦਾ ਭਾਰ ਵਧਾ ਦਿੱਤਾ ਜਾਏ, ਇਹਨਾਂ ਦਾ ਕੰਮ ਦਾ ਲੋਡ ਵਧਾ ਦਿੱਤਾ ਜਾਏ। ਔਰ ਜਿਸ ਵੇਲੇ ਮੂਸਾ ਵਾਪਸ ਆਇਆ ਤਾਂ ਉਹਨਾਂ ਨੇ ਫਿਰ ਮੂਸਾ ਨੂੰ ਕਿਹਾ ਕਿ ਤੂੰ ਸਾਨੂੰ ਇੱਥੇ ਮਾਰਨ ਦੇ ਲਈ ਆਇਆ। ਫਿਰ ਨੀਲ ਦਰਿਆ ਸਾਰਾ ਲਹੂ ਦਾ ਬਣ ਗਿਆ। ਔਰ ਬੇਸਿਕਲੀ ਉਸ ਤੋਂ ਬਾਅਦ ਉਹਨਾਂ ਨੇ ਕੰਮ ਨਹੀਂ ਕੀਤਾ ਜਿਹੜਾ ਉਸ ਤੋਂ ਬਾਅਦ ਨਹੀਂ। ਔਰ ਉਸਨੇ ਨਹੀਂ ਘੱਲਿਆ, ਲੋਕ ਫਿਰ ਬੜਬੜਾਏ। ਔਰ ਉਸ ਤੋਂ ਬਾਅਦ ਇਸ ਤਰ੍ਹਾਂ ਅਸੀਂ 10 ਮਿਰਾਕਲ ਦੇਖੇ ਪ੍ਰਭੂ ਦੇ ਉੱਥੇ, ਸਾਰੇ ਉਹਨਾਂ ਨੇ ਆਪਣੀ ਅੱਖਾਂ ਦੇ ਨਾਲ ਦੇਖੇ।
ਆਖਰ ਪ੍ਰਭੂ ਉਹਨਾਂ ਨੂੰ ਕੱਢ ਕੇ ਲੈ ਕੇ ਉੱਥੋਂ ਆਇਆ। ਲਾਲ ਦਰਿਆ ਦੇ ਲੱਗ ਮੂਹਰੇ ਆ ਗਏ ਵੀ ਹੈਰੋਦ ਦੇ ਕੋਲ ਬੈਠੇ ਹੋ, ਪਿੱਛੋਂ ਉਹ ਰਾਜਾ ਆ ਰਿਹਾ ਆਪਣੀ ਫੌਜ ਲੈ ਕੇ। ਹੰਗਾਮਾ ਕਰ ਦਿੱਤਾ, ਤੂੰ ਸਾਨੂੰ ਇੱਥੇ ਮਰਨ ਲਈ ਲੈ ਕੇ ਆਇਆ। ਪ੍ਰਭੂ ਨੇ ਸਮੁੰਦਰ ਦੇ ਵਿੱਚ ਦੀ ਰਸਤਾ ਖੋਲਤਾ। ਪ੍ਰਭੂ ਨੇ ਉਹ ਵੀ ਝੱਲਿਆ, ਜੋ ਕੁਛ ਉਹਨਾਂ ਨੇ ਉੱਥੇ ਕੀਤਾ ਉਹ ਵੀ ਝੱਲਿਆ। ਠੀਕ, ਸਮੁੰਦਰ ਖੋਲ ਦਿੱਤਾ, ਸਮੁੰਦਰ ਦੇ ਵਿੱਚ ਦੀ ਲੰਘ ਗਏ, ਦੂਜੇ ਪਾਸੇ ਪਹੁੰਚ ਗਏ, ਕੌੜਾ ਪਾਣੀ ਮਿਲਿਆ, ਤੂੰ ਸਾਨੂੰ ਇੱਥੇ ਮਰਨ ਲਈ ਲੈ ਕੇ ਆਇਆ। ਪ੍ਰਭੂ ਨੇ ਪਾਣੀ ਮਿੱਠਾ ਕਰ ਦਿੱਤਾ। ਭੁੱਖ ਲੱਗੀ, ਸਾਡੇ ਕੋਲ ਖਾਣ ਨੂੰ ਕੁਛ ਨਹੀਂ ਹੈਗਾ, ਤੂੰ ਸਾਨੂੰ ਭੁੱਖੇ ਮਰਨ ਦੇ ਲਈ ਲੈ ਕੇ ਆਇਆ। ਜਿੱਥੇ ਅਸੀਂ ਸੀਗੇ ਉੱਥੇ ਅਸੀਂ ਗੰਢੇ ਖਾਂਦੇ ਹੁੰਦੇ ਸੀ, ਲਸਣ ਖਾਂਦੇ ਹੁੰਦੇ ਸੀ, ਅਸੀਂ ਮੀਟ ਖਾਂਦੇ ਹੁੰਦੇ ਸੀ, ਥਾਲੀਆਂ ਭਰ ਭਰ ਕੇ ਖਾਂਦੇ ਸੀਗੇ, ਤੂੰ ਸਾਨੂੰ ਇੱਥੇ ਮਰਨ ਲਈ ਲੈ ਕੇ ਆਇਆ। ਪ੍ਰਭੂ ਨੇ ਸਵਰਗ ਤੋਂ ਮੰਨਾ ਬਟੇਰ ਉਹਨਾਂ ਨੂੰ ਖਾਣ ਨੂੰ ਦਿੱਤੇ। ਅੱਗੇ ਗਏ, ਪਾਣੀ ਦੀ ਫੇਰ ਧਿਆ ਲੱਗੀ, ਤੂੰ ਸਾਨੂੰ ਇੱਥੇ ਮਰਨ ਲਈ ਲੈ ਕੇ ਆਇਆ। ਪ੍ਰਭੂ ਨੇ ਚੱਟਾਨ ਦੇ ਵਿੱਚੋਂ ਖੋਲ ਕੇ ਪਾਣੀ ਉਹਨਾਂ ਨੂੰ ਪਿਲਾਇਆ। ਹਰ ਰੋਜ਼ ਮੰਨਾ ਵਰਦਾ ਸੀ, ਹਰ ਰੋਜ਼ ਹਰ ਇੱਕ ਚੀਜ਼ ਹੁੰਦੀ ਸੀ। ਪ੍ਰਭੂ ਨੇ ਕਿਹਾ ਕਿ ਤੂੰ ਮੇਰੇ ਕੋਲ ਉੱਪਰ ਆ, ਮੈਂ ਤੈਨੂੰ ਲਾਤਾ ਨਹੀਂ, ਮੈਂ ਤੈਨੂੰ ਹੁਣ ਕਾਨੂੰਨ ਦੇਵਾਂਗਾ। ਜੱਜਿਸ ਪ੍ਰਭੂ ਨੇ ਦਿੱਤੇ, ਕਾਨੂੰਨ ਪ੍ਰਭੂ ਨੇ ਦਿੱਤਾ ਕੌਮ ਦੇ ਲਈ ਕਿ ਮੈਂ ਤੈਨੂੰ ਹੁਣ ਉੱਤੇ ਮੇਰੇ ਕੋਲ ਆ। 40 ਦਿਨ ਮੂਸਾ ਨੂੰ ਗਏ ਨੂੰ ਹੋ ਗਏ ਸੀ, ਕਹਿੰਦੇ ਮੂਸਾ ਤਾਂ ਮਰ ਗਿਆ, ਹੁਣ ਤੂੰ ਸਾਡੇ ਲਈ ਦੇਵਤੇ ਬਣਾ ਜਿਹੜੇ ਸਾਨੂੰ ਉੱਥੋਂ ਕੱਢ ਕੇ ਲੈ ਕੇ ਆਏ। ਔਰ ਉੱਥੋਂ ਪ੍ਰਭੂ ਦਾ ਗੁੱਸਾ ਭੜਕਿਆ। ਮੂਸਾ ਨੇ ਬੇਨਤੀ ਕੀਤੀ, ਪ੍ਰਭੂ ਨੇ ਆਪਣਾ ਗੁੱਸਾ ਫਿਰ ਛੱਡ, ਫਿਰ ਉਸਨੇ ਠੰਡਾ ਕਰ ਲਿਆ। ਸਲੋ ਟੂ ਲੇਕਿਨ ਜਿਹੜੀ ਇਸ ਦੀ ਸਭ ਤੋਂ ਵਧੀਆ ਐਗਜ਼ਾਮਪਲ ਆ ਪ੍ਰਭੂ ਯਿਸੂ ਮਸੀਹ ਦੇ ਜਿਹੜੀ ਦਿੱਤੀ ਹੈ ਸਾਨੂੰ, ਉਹ ਹੈ ਲੂਕਾ ਦੇ 15ਵੇਂ ਬਾਬ ਦੇ ਵਿੱਚ, ਉਸ ਦੀ 11 ਤੋਂ ਲੈ ਕੇ 32 ਆਇਤ ਤੱਕ ਅਸੀਂ ਦੇਖਾਂਗੇ। ਸੋ ਆਓ ਇਸ ਨੂੰ ਦੇਖ, ਲੂਕਾ ਦਾ 15ਵਾਂ ਬਾਬ। ਅਸੀਂ ਇਜ਼ਰਾਈਲੀਆਂ ਦੀ ਜ਼ਿੰਦਗੀ 'ਚ ਸਾਰੀਆਂ ਚੀਜ਼ਾਂ ਦੇਖੀਆਂ। ਲੂਕਾ ਦਾ 15ਵਾਂ ਬਾਬ, ਉਸ ਦੀ 11 ਆਇਤ ਤੋਂ ਲੈ ਕੇ ਉਸ ਦੀ 32 ਆਇਤ ਤੱਕ। ਮੈਂ ਪੜ੍ਹਦਾ ਪਾਸਟਰ ਜੀ। ਗੁਆਚਿਆ ਹੋਇਆ ਪੁੱਤਰ। ਯਿਸੂ ਨੇ ਅੱਗੇ ਕਿਹਾ, ਇੱਕ ਆਦਮੀ ਦੇ 2 ਪੁੱਤਰ ਸਨ। ਛੋਟੇ ਪੁੱਤਰ ਨੇ ਪਿਤਾ ਨੂੰ ਕਿਹਾ, ਪਿਤਾ ਜੀ, ਜਾਇਦਾਦ ਦਾ ਜੋ ਹਿੱਸਾ ਮੇਰਾ ਹੈ ਮੈਨੂੰ ਦੇ ਦਿਓ। ਪਿਤਾ ਨੇ ਦੋਹਾਂ ਪੁੱਤਰਾਂ ਵਿੱਚ ਆਪਣੀ ਜਾਇਦਾਦ ਵੰਡ ਦਿੱਤੀ। ਕੁਝ ਦਿਨਾਂ ਦੇ ਮਗਰੋਂ ਛੋਟੇ ਪੁੱਤਰ ਨੇ ਆਪਣੇ ਹਿੱਸੇ ਦੀ ਸਾਰੀ ਜਾਇਦਾਦ ਵੇਚ ਦਿੱਤੀ। ਫਿਰ ਉਹ ਸਾਰਾ ਰੁਪਇਆ ਲੈ ਕੇ ਇੱਕ ਦੂਰ ਦੇਸ਼ ਨੂੰ ਚਲਾ ਗਿਆ। ਉੱਥੇ ਉਸਨੇ ਆਪਣਾ ਸਾਰਾ ਪੈਸਾ ਭੈੜਿਆਂ ਕੰਮਾਂ ਵਿੱਚ ਖਰਚ ਕਰ ਦਿੱਤਾ। ਠੀਕ ਉਸ ਸਮੇਂ ਜਦੋਂ ਕਿ ਉਹ ਆਪਣਾ ਸਾਰਾ ਪੈਸਾ ਖਤਮ ਕਰ ਚੁੱਕਿਆ ਤਾਂ ਉਸ ਦੇਸ਼ ਵਿੱਚ ਇੱਕ ਬਹੁਤ ਵੱਡਾ ਕਾਲ ਪੈ ਗਿਆ। ਹੁਣ ਉਸ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੁਝ ਨਹੀਂ ਰਿਹਾ ਸੀ। ਇਸ ਲਈ ਉਹ ਉਸ ਦੇਸ਼ ਦੇ ਇੱਕ ਰਹਿਣ ਵਾਲੇ ਕੋਲ ਨੌਕਰੀ ਕਰਨ ਲੱਗਾ। ਉਸ ਆਦਮੀ ਨੇ ਉਸਨੂੰ ਆਪਣੇ ਖੇਤਾਂ ਵਿੱਚ ਸੂਰ ਚਾਰਨ ਦਾ ਕੰਮ ਦਿੱਤਾ। ਜੋ ਫਲੀਆਂ ਸੂਰ ਖਾਂਦੇ ਸਨ, ਉਹ ਉਹਨਾਂ ਨਾਲ ਪੇਟ ਭਰਨਾ ਚਾਹੁੰਦਾ ਸੀ। ਕੋਈ ਵੀ ਉਸਨੂੰ ਕੁਝ ਖਾਣ ਲਈ ਨਹੀਂ ਦਿੰਦਾ ਸੀ। ਅੰਤ ਵਿੱਚ ਇੱਕ ਦਿਨ ਉਹ ਹੋਸ਼ ਵਿੱਚ ਆਇਆ। ਉਸਨੇ ਸੋਚਿਆ, ਮੇਰੇ ਪਿਤਾ ਦੇ ਬਹੁਤ ਸਾਰੇ ਨੌਕਰਾਂ ਕੋਲ ਜ਼ਰੂਰਤ ਤੋਂ ਜ਼ਿਆਦਾ ਖਾਣ ਲਈ ਹੈ, ਪਰ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ। ਹੁਣ ਮੈਂ ਆਪਣੇ ਪਿਤਾ ਦੇ ਕੋਲ ਜਾਵਾਂਗਾ ਤੇ ਉਸਨੂੰ ਕਹਾਂਗਾ, ਪਿਤਾ ਜੀ, ਮੈਂ ਪਰਮੇਸ਼ਰ ਦੇ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਮੈਂ ਹੁਣ ਇਸ ਯੋਗ ਨਹੀਂ ਰਿਹਾ ਕਿ ਤੁਹਾਡਾ ਪੁੱਤਰ ਰਖਵਾਵਾਂ। ਇਸ ਲਈ ਮੈਨੂੰ ਆਪਣੇ ਕਾਮਿਆਂ ਦੀ ਤਰ੍ਹਾਂ ਨੌਕਰ ਰੱਖ ਲਵੋ। ਫਿਰ ਉਹ ਉੱਥੋਂ ਉੱਠਿਆ ਅਤੇ ਆਪਣੇ ਪਿਤਾ ਦੇ ਘਰ ਵੱਲ ਚੱਲ ਪਿਆ। ਅਜੇ ਉਹ ਦੂਰ ਹੀ ਸੀ ਕਿ ਉਸਦੇ ਪਿਤਾ ਨੇ ਉਸਨੂੰ ਆਉਂਦੇ ਦੇਖ ਲਿਆ। ਪਿਤਾ ਦਾ ਦਿਲ ਪਿਆਰ ਨਾਲ ਭਰ ਗਿਆ। ਉਸਨੇ ਦੌੜ ਕੇ ਪੁੱਤਰ ਨੂੰ ਜੱਫੀ ਵਿੱਚ ਲੈ ਲਿਆ ਅਤੇ ਕਈ ਵਾਰ ਉਸਦਾ ਮੱਥਾ ਚੁੰਮਿਆ। ਪੁੱਤਰ ਨੇ ਪਿਤਾ ਨੂੰ ਕਿਹਾ, ਪਿਤਾ ਜੀ, ਮੈਂ ਪਰਮੇਸ਼ਰ ਦੇ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਰਿਹਾ ਕਿ ਤੁਹਾਡਾ ਪੁੱਤਰ ਰਖਵਾਵਾਂ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਆਗਿਆ ਦਿੱਤੀ, ਚੰਗੇ ਤੋਂ ਚੰਗਾ ਕੱਪੜਾ ਲਿਆ ਕੇ ਇਸ ਨੂੰ ਪਹਿਨਾਓ ਤੇ ਇਸ ਦੀ ਉਂਗਲੀ ਵਿੱਚ ਅੰਗੂਠੀ ਤੇ ਪੈਰੀ ਜੁੱਤੀ ਵੀ ਪਹਿਨਾਓ। ਪਲਿਆ ਹੋਇਆ ਜਾਨਵਰ ਲਿਆਓ ਅਤੇ ਕੱਟੋ, ਤਾਂ ਜੋ ਅਸੀਂ ਖਾਈਏ ਤੇ ਖੁਸ਼ੀ ਮਨਾਈਏ, ਕਿਉਂਕਿ ਇਹ ਮੇਰਾ ਪੁੱਤਰ ਮਰ ਗਿਆ ਸੀ ਪਰ ਹੁਣ ਫਿਰ ਜੀ ਉੱਠਿਆ ਹੈ। ਇਹ ਗਵਾਚ ਗਿਆ ਸੀ ਪਰ ਫਿਰ ਲੱਭ ਪਿਆ ਹੈ। ਇਸ ਤਰ੍ਹਾਂ ਉਹ ਖੁਸ਼ੀ ਮਨਾਉਣ ਲੱਗੇ। ਉਸ ਵੇਲੇ ਵੱਡਾ ਪੁੱਤਰ ਖੇਤ ਵਿੱਚ ਸੀ।
ਜਦੋਂ ਉਹ ਘਰ ਨੂੰ ਵਾਪਸ ਆਇਆ ਤਾਂ ਉਸਨੇ ਘਰ ਦੇ ਲਾਗੇ ਪਹੁੰਚ ਕੇ ਅੰਦਰ ਕੌਣ ਦੀ ਆਵਾਜ਼ ਸੁਣੀ। ਉਸਨੇ ਇੱਕ ਨੌਕਰ ਨੂੰ ਬਾਹਰ ਸੱਦ ਕੇ ਪੁੱਛਿਆ, ਇਹ ਕੀ ਹੋ ਰਿਹਾ ਹੈ? ਨੌਕਰ ਨੇ ਉੱਤਰ ਦਿੱਤਾ, ਤੁਹਾਡਾ ਛੋਟਾ ਭਰਾ ਮੁੜ ਆਇਆ ਹੈ। ਇਸ ਲਈ ਉਸਦੇ ਸਹੀ ਸਲਾਮਤ ਮੁੜ ਆਉਣ ਦੀ ਖੁਸ਼ੀ ਦੇ ਵਿੱਚ ਤੁਹਾਡੇ ਪਿਤਾ ਨੇ ਇੱਕ ਮੋਟਾ ਜਾਨਵਰ ਕਟਵਾਇਆ ਹੈ। ਇਹ ਸੁਣ ਕੇ ਵੱਡਾ ਭਰਾ ਬਹੁਤ ਗੁੱਸੇ ਵਿੱਚ ਆ ਗਿਆ। ਉਸਨੇ ਘਰ ਦੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸਦਾ ਪਿਤਾ ਬਾਹਰ ਆ ਕੇ ਉਸ ਨੂੰ ਸਮਝਾਉਣ ਲੱਗਾ, ਪਰ ਉਸਨੇ ਉੱਤਰ ਦਿੱਤਾ, ਮੈਂ ਇਹ ਸਾਰੇ ਸਾਲ ਤੁਹਾਡੀ ਸੇਵਾ ਕਰਦਾ ਆਇਆ ਹਾਂ। ਮੈਂ ਅੱਜ ਤੱਕ ਕਦੀ ਵੀ ਤੁਹਾਡੀ ਕਿਸੇ ਆਗਿਆ ਨੂੰ ਨਹੀਂ ਮੋੜਿਆ, ਪਰ ਤੁਸੀਂ ਮੈਨੂੰ ਕਦੀ ਇੱਕ ਲੇਲਾ ਤੱਕ ਨਾ ਦਿੱਤਾ ਕਿ ਮੈਂ ਆਪਣੇ ਮਿੱਤਰਾਂ ਦੇ ਨਾਲ ਮਿਲ ਕੇ ਖੁਸ਼ੀ ਕਰਦਾ। ਪਰ ਜਦੋਂ ਤੁਹਾਡਾ ਇਹ ਪੁੱਤਰ ਵਾਪਸ ਆਇਆ, ਜਿਸ ਨੇ ਤੁਹਾਡੀ ਜਾਇਦਾਦ ਕੰਜਰੀਆਂ ਵਿੱਚ ਲੁਟਾ ਦਿੱਤੀ ਹੈ, ਤਾਂ ਤੁਸੀਂ ਇੱਕ ਪਲਿਆ ਹੋਇਆ ਜਾਨਵਰ ਕੱਟਿਆ ਹੈ। ਪਿਤਾ ਨੇ ਕਿਹਾ, ਪੁੱਤਰ ਤੂੰ ਸਦਾ ਮੇਰੇ ਨਾਲ ਹੈ, ਜੋ ਕੁਝ ਮੇਰਾ ਹੈ ਉਹ ਤੇਰਾ ਹੀ ਹੈ। ਪੁੱਤਰ ਭੋਜ ਦੇਣਾ ਅਤੇ ਖੁਸ਼ੀ ਕਰਨਾ ਜ਼ਰੂਰੀ ਹੈ, ਕਿਉਂਕਿ ਤੇਰਾ ਇਹ ਭਰਾ ਮਰ ਗਿਆ ਸੀ ਪਰ ਹੁਣ ਫਿਰ ਜੀ ਉੱਠਿਆ ਹੈ। ਉਹ ਗਵਾਚ ਗਿਆ ਸੀ ਪਰ ਲੱਭ ਪਿਆ ਹੈ। ਆਮੀਨ। ਔਰ ਇੱਥੇ ਸਾਨੂੰ ਪ੍ਰਭੂ ਦਾ ਉਹਦਾ ਗੁੱਸੇ ਦੇ ਬਾਰੇ ਦਿਖਾਈ ਦਿੰਦਾ, ਕਿੰਨਾ ਉਹ ਲੌਂਗ ਸਫਰਿੰਗ, ਕਿੰਨੀਆਂ ਚੀਜ਼ਾਂ ਉਹ ਸਹਿ ਲੇਗਾ। ਜਿਸ ਲਈ ਉਸਨੇ ਕਿਹਾ ਕਿ ਪਿਤਾ ਜੀ ਮੇਰੀ ਜਾਇਦਾਦ ਦਾ ਹਿੱਸਾ ਮੈਨੂੰ ਦੇ ਦਿਓ। ਔਰ ਇਹ ਕਹਿ ਕੇ ਉਸਨੇ ਆਪਣੇ ਬਾਪ ਨੂੰ ਇਹ ਕਿਹਾ ਸੀਗਾ ਕਿ ਯੂ ਆਰ ਡੈਡ ਫॉर मी, ਤੂੰ ਮੇਰੇ ਲਈ ਮਰ ਚੁੱਕਾ। ਜਿਸ ਲਈ ਉਸਨੇ ਉਹ ਵੇਚ ਦਿੱਤਾ। ਤਾਂ ਉਸਨੇ ਪ੍ਰਭੂ ਦੇ ਖਿਲਾਫ ਗੁਨਾਹ ਕੀਤਾ, ਕਿਉਂਕਿ ਪ੍ਰਭੂ ਨੇ ਇਹ ਵਾਅਦੇ ਦੀ ਧਰਤੀ ਦਿੱਤੀ ਹੋਈ। ਇਹ ਅਬਰਾਹਮ ਦੇ ਉਸ ਵਾਅਦੇ ਦੀ ਧਰਤੀ। ਔਰ ਜਿਸ ਵੇਲੇ ਉਸਨੇ ਜਾ ਕੇ ਉਹ ਪੈਸਾ ਲੁਟਾ ਦਿੱਤਾ, ਤਾਂ ਉਸ ਵੇਲੇ ਵੀ ਉਹ ਜਿਹੜਾ ਉਹਦਾ ਜੀਵਨ, ਜੋ ਉਸਦਾ ਜੀਵਨ ਸੀ, ਉਸਦਾ ਲਾਈਫ ਸਟਾਈਲ ਸੀ, ਉਹ ਸਾਰਾ ਉਹਨਾਂ ਚੀਜ਼ਾਂ ਦੇ ਖਿਲਾਫ ਸੀ ਜੋ ਪ੍ਰਭੂ ਨੇ ਕਹੀਆਂ ਸੀ। ਸੋ ਇੱਕ ਤੋਂ ਬਾਅਦ ਦੂਜਾ ਉਹ ਪ੍ਰਭੂ ਨੂੰ ਦੁੱਖ ਦੇ, ਇੱਕ ਤੋਂ ਬਾਅਦ ਦੂਸਰਾ ਉਸ ਨੂੰ ਦੁੱਖ ਦੇ। ਅੰਤ ਜਿੱਥੇ ਸੀ ਕਾਲ ਪੈ ਗਿਆ। ਹੁਣ ਜਿਹੜਾ ਉਸ ਨੂੰ ਕੰਮ ਮਿਲਿਆ ਉਹ ਸੂਰਾਂ ਦਾ, ਸੂਰ ਚਾਰਨ ਦਾ, ਜੋ ਅਗੇਨ ਯਹੂਦੀਆਂ ਦੇ ਲਈ ਨਹੀਂ, ਜਿਹੜਾ ਉਹਦਾ ਕੰਮ। ਔਰ ਹੁਣ ਉਹ ਸਮਾਂ ਐਸਾ ਆ ਗਿਆ ਕਿ ਜਿਹੜੀਆਂ ਫਲੀਆਂ ਸੂਰ ਖਾਂਦੇ ਉਹ ਖਾਣ ਦੇ ਲਈ ਮਜਬੂਰ ਹੋ ਗਏ। ਔਰ ਫਿਰ ਉਸਨੂੰ ਆਪਣਾ ਬਾਪ ਚੇਤੇ ਆਇਆ ਔਰ ਉਸਨੇ ਕਿਹਾ ਕਿ ਮੇਰੇ ਬਾਪ ਦੇ ਘਰ ਦੇ ਵਿੱਚ ਨੌਕਰ ਇਸ ਤੋਂ ਚੰਗਾ ਖਾਂਦੇ। ਹੁਣ ਮੈਂ ਆਪਣੇ ਬਾਪ ਦੇ ਕੋਲ ਜਾਣਾ ਔਰ ਮੈਂ ਉਸਨੂੰ ਕਹਾਂਗਾ ਕਿ ਪਿਤਾ ਜੀ ਮੈਂ ਤੁਹਾਡੇ ਖਿਲਾਫ ਔਰ ਪਰਮੇਸ਼ਰ ਦੇ ਖਿਲਾਫ ਪਾਪ ਕੀਤਾ, ਪਿਤਾ ਦੇ ਖਿਲਾਫ ਔਰ ਸਵਰਗੀ ਪਿਤਾ ਦੇ ਖਿਲਾਫ ਮੈਂ ਪਾਪ ਕੀਤਾ। ਮੈਂ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ, ਸੋ ਮੈਨੂੰ ਤੁਸੀਂ ਆਪਣਾ ਨੌਕਰ ਹੀ ਔਰ ਬਾਪ ਜਿਸ ਲਈ ਉਹ ਜਦ ਉਥੋਂ ਤੁਰ ਪਿਆ, ਬਾਪ ਇੰਤਜ਼ਾਰ ਕਰਦਾ ਪਿਆ। ਉਸਨੂੰ ਇਹ ਦੱਸਿਆ ਕਿ ਬਾਪ ਉਸਦੇ ਵਾਪਸ ਮੁੜਨ ਦਾ ਇੰਤਜ਼ਾਰ ਕਰਦਾ। ਇੰਨੀਆਂ ਚੀਜ਼ਾਂ ਬਾਪ ਨੇ ਸਹਿ ਲਈਆਂ, ਪਰ ਬੇਟਾ ਵਾਪਸ ਮੁੜ ਕੇ ਆ ਗਿਆ। ਇਹ ਤੋਂ ਵੱਡੀ ਹੋਰ ਖੁਸ਼ੀ ਕੋਈ ਨਹੀਂ ਸੀ। ਜਿੰਨਾ ਕੁਛ ਉਹ ਸੋਚ ਕੇ ਆਇਆ ਸੀ ਕਿ ਮੈਂ ਆਹ ਕਹੂੰਗਾ, ਫਿਰ ਮੈਂ ਆਹ ਕਹੂੰਗਾ, ਫਿਰ ਮੈਂ ਆਹ ਕਹੂੰਗਾ, ਬਾਪ ਨੇ ਸਾਰਾ ਕੁਝ ਕਹਿਣ ਨਹੀਂ ਦਿੱਤਾ। ਉਹ ਆਇਆ, ਉਸਨੇ ਕਿਹਾ ਕਿ ਪਿਤਾ ਨੂੰ ਕਿਹਾ ਕਿ ਪਿਤਾ ਜੀ ਮੈਂ ਤੁਹਾਡੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ, ਮੈਂ ਪਰਮੇਸ਼ਰ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਤੁਹਾਡਾ ਪੁੱਤਰ ਰੱਖੂੰਗਾ। ਪਰ ਬਾਪ ਨੇ ਉਸ ਤੋਂ ਬਾਅਦ ਉਸ ਨੂੰ ਬੋਲਣ ਦਿੱਤਾ ਔਰ ਮੂੰਹ ਤੇ ਹੱਥ ਰੱਖ ਲਿਆ। ਉਸਨੇ ਨੌਕਰਾਂ ਨੂੰ ਬੁਲਾਇਆ
ਇਹਨੂੰ ਨੜਾਓ, ਇਹਨੂੰ ਧਵਾਓ, ਇਸ ਤੇ ਚੰਗੇ ਕੱਪੜੇ ਪਾਓ, ਇਸ ਤੇ ਹੱਥ ਦੇ ਆਪਣੀ ਅੰਗੂਠੀ ਲਾ ਕੇ ਉਹਦੇ ਹੱਥ ਦੇ ਵਿੱਚ ਪਾਈ, ਤੇ ਕਹਿ ਕੇ ਜਾ ਕੇ ਇੱਕ ਜਾਨਵਰ ਕੱਟੋ, ਮੋਟਾ ਜਾਨਵਰ ਕੱਟੋ, ਅਸੀਂ ਖੁਸ਼ੀ ਮਨਾਓ, ਮੇਰਾ ਪੁੱਤਰ ਮਰ ਗਿਆ ਸੀ, ਇਹ ਹੁਣ ਵਾਪਸ ਜਿਉਂਦਾ, ਇਹ ਗਵਾਚ ਗਿਆ ਸੀ, ਇਹ ਹੁਣ ਵਾਪਸ ਆ ਗਿਆ। Isn't that amazing? ਔਰ ਜਿਹੜਾ ਵੱਡਾ ਭਰਾ ਆ, ਤੁਸੀਂ ਹਰੇਕ ਚੀਜ਼ ਦੇ ਵਿੱਚ ਤੁਸੀਂ ਇੱਕ ਇਹਦੇ ਏਦਾਂ ਦਾ ਕਰੈਕਟਰ ਉੱਥੇ ਜ਼ਰੂਰ ਦੇਖਦੇ। ਉਸਨੇ ਜਿਸਲੇ ਅੰਦਰੋਂ ਬਾਜੇ ਗਾਜੇ ਦੀ ਆਵਾਜ਼ ਸੁਣੀ, ਉਸਨੇ ਕਿਹਾ ਕੀ ਹੁੰਦਾ ਪਿਆ? ਤਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਭਰਾ ਜੋ ਚਲਾ ਗਿਆ ਸੀ ਉਹ ਵਾਪਸ ਆ ਗਿਆ, ਔਰ ਉਹਦੇ ਵਾਪਸ ਆਉਣ ਦੀ ਖੁਸ਼ੀ ਮਨਾਈ ਜਾ ਰਹੀ। ਤਾਂ ਉਸਨੇ ਅੰਦਰ ਜਾਣ ਤੋਂ ਨਾ ਕਰ ਦਿੱਤੀ, अंदर जाने तो ना कर दो। और जिसलिए बाप बाहर आया, उसने उसको समझाया, तो उसने क्या कि मैं सारी उम्र तुहाडी सेवा की, मैं सारी उम्र जो तुसी क्या एक भी चीज नहीं तोड़ी, एक कानून नहीं तोड़िया, जो तुसी क्या मैं किया, हर आज्ञा मैं मन्नी, तुसी मैनूं कदी एक भेड़ नहीं दित्ती। हुण तुहाडा इह पुत्तर, उसने अपना भरा नहीं किया, हुण तुहाडा इह पुत्तर जो कंजरियां ते अपनी सारा कुछ लुटा आया, ਉਹਦੇ ਆਉਣ ਤੇ ਤੁਸੀਂ ਮੋਟਾ ਜਾਣਦੇ। बाप ने बड़ी प्यारी चीज उसमें कही। पिता ने पुत्र ने क्या, पुत्र तू सदा मेरे नाल है, जो कुछ मेरा है तेरा है। पुत्र भोज देना ਅਤੇ खुशी मना करना जरूरी है, क्योंकि तेरा ये भरा, उसने क्या मेरा पुत्र, तेरा ये भरा मर गया सी, हुण फिर जी उठिया है, एक गवाच गया सी, हुण फिर लग गया है। प्रभु यीशु मसीह ने ये चीज दस के दसी है कि जिसले सानू माफी मिलती है, जिसले कोई आके अपना पाप प्रभु दे अगे मनदा, ते किद्दां मौत दे विचों जिंदगी मिलती है, और गवाचे हुए रस्तियां दे विचों सीधा रस्ता सानू मिलदा। ये प्रभु दा काम आ, और ये जिहड़ा वो गुण आ जिहड़ा क्या कि मैं मेरा जिहड़ा गुस्सा आ वो ठंडा, स्लो टू एंगर, और इस दे नाल जिहड़ी दूसरी चीज जुड़दी है वो है अबाउंडिंग इन लव एंड फेथफुलनेस। और इस स्टोरी दे विच भी वो चीज़ां दसदियां कि साडा प्रभु प्यार दे विच किन्ना भरपूर है, और उसकी जिहड़ी फेथफुलनेस है वो होर किसे दे विच नहीं, होर किसे दे विच नहीं। सो असीं हुण ट्यूसडे देखांगे ये हिस्सा, और ट्यूसडे नूं आपां 34वें चैप्टर तो बेसिकली असीं सारा 34वां भाग ट्यूसडे नूं देखांगे। लेट्स प्रे। प्रभु जी मैं तेरा बहुत शुक्र करदा अपने भैन भरावां दे लई। इस वेले मैं दुआ करदा मेरे वो भैन भरा जिहड़े प्रभु जी भारे वक्त दे विच दी गुजरदे पए आ, तेरा दयालु कृपालु हथ देखण प्रभु जी इस वेले गुस्सा करन दे विच मठा, और साडा प्रभु जी तेरे वचन दे विच जिस तरह लिखिया कि तेरी महानता, तेरी दया, तेरा प्यार हर उस इंसान दे कोल नूं मिलदा जो प्रभु जी तेरे कोल लोड़वंद होके आउंदा। और प्यारे प्रभु असीं इन्हां हिस्सियां दे विच इहो ही देखदे पए कि वो सारे स्वर्गी गुण जो स्वर्गी बाप दे आ वो पुत्र दे विच आ, और पुत्र दे दिते हुए आत्मा दे नाल वो साडे भी है। प्यारे प्रभु तू साडे ते रहम कर, साडी बुराई नूं भी इसी तरह बाहर कढ, और सानू नवां काम दे। इस वेले मैं अपने बच्चों नूं खास करके मानव दे लई दुआ करदा प्रभु जी, अपने बच्चे दे नाल तू बनिया रह, और इस तरह प्रभु जी मैं अपनी मनदीप नूं तेरे कोल लैके आउणा, इसदी मां दे लई और भैणां भरावां दे लई जो आस्ट्रेलिया दे विच प्रभु जी उन्हां नूं तेरे अगे पेश करदा।
ਖੁਦਾਵੰਦ ਇਸ ਵੇਲੇ ਦੁੱਖ ਭਾਰਾ ਆ, ਅਕੇਲਾਪਨ ਮਾਂ ਦੇ ਲਈ। ਉਹ ਸਾਰੇ ਲੋਕ ਜਿਹੜੇ ਆਏ ਸੀ ਉਹ ਚਲੇ ਗਏ। ਹੁਣ ਖੁਦਾਵੰਦ ਅਕੇਲਾਪਨ ਉਸਨੂੰ ਉਸਦੇ ਆਲੇ ਦੁਆਲੇ, ਪਰ ਪ੍ਰਭੂ ਜੀ ਤੂੰ ਆਪਣੀ ਭਰਪੂਰੀ ਦੇ ਨਾਲ ਉਹ ਜਗ੍ਹਾ ਭਰ ਦੇ, ਤੇਰੀ ਹਜ਼ੂਰੀ ਦੇ ਨਾਲ ਉਹ ਘਰ ਭਰ ਜਾਏ। ਖੁਦਾਵੰਦ ਤੂੰ ਆਪਣੀ ਬੰਦੀ ਦੀਆਂ ਅੱਖਾਂ ਆਪਣੇ ਹੁਣ ਜੋ ਸਾਨੂੰ ਡਿੱਗਣ ਤੋਂ ਬਚਾ ਸਕਦਾ, ਜਿਸ ਨੇ ਆਪਣੀ ਜਾਨ ਦੇ ਕੇ ਸਾਨੂੰ ਜਾਨ ਦਿੱਤੀ, ਉਹ ਪ੍ਰਭੂ ਯਿਸੂ ਮਸੀਹ ਸਾਡੇ ਸਭ ਦੇ ਨਾਲ ਬਣੀ ਰਹੇ, ਬੁਰੇ ਔਰ ਬੁਰਾਈ ਤੋਂ ਬਚਾਏ ਔਰ ਆਪਣੇ ਰਸਤੇ ਤੇ ਚਲਾਏ। ਅਸੀਂ ਉਸ ਦੀ ਰੋਸ਼ਨੀ ਔਰ ਦਇਆ ਦੇ ਵਿੱਚ ਚੱਲੀਏ, ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਚ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ ਔਰ ਤੁਹਾਡੇ ਸਭ ਦੇ ਨਾਲ